ਗਾਵੋ ਗੁਣ ਪਰਮ ਗੁਰੂ ਸੁਖ ਸਾਗਰ। ਦੁਰਤ ਨਿਵਾਰਣ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ। ਜੋਗੀ ਜੰਗਮ ਧਿਆਨ ਤਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ। ਆਤਮ ਰਸ ਜਿਨ ਜਾਣਿਓ। ਕਬ ਕਲ ਸੋ ਜਸ ਗਾਵੋ ਗੁਰੂ ਨਾਨਕ। ਰਾਜ ਜੋਗ ਜਿਨ ਮਾਣਿਓ। ਹਮੈ ਦ੍ਰਿਸ਼ਟ ਸ਼ੁਭ ਕਰੈ ਹਰੈ। ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ। ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਉ। ਜਨਮ ਹਮ ਕਾਲਖ ਧੋਵਹਿ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾ। ਹੋਵੈ ਸਿਫਤ ਖਸਮ ਦੀ। ਨੂਰ ਅਰ ਸੋਹ ਗੁਰ ਸੋਹ ਝਟੀਐ। ਤੁਧ ਡਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ। ਹਰ ਧਨ ਜਾਪ ਹਰ ਧਨ ਤਾਪ। ਹਰ ਧਨ ਭੋਜਨ ਪਾਇਆ। ਨਿਮਖ ਨ ਬਿਸਰੋ ਮਨ ਤੇ ਹਰ ਹਰ। ਸਾਧ ਸੰਗਤ ਮਹਿ ਪਾਇਆ। ਹਰ ਧਨ ਜਾਪ ਹਰ ਧਨ ਤਾਪ। ਹਰ ਧਨ ਭੋਜਨ ਪਾਇਆ। ਨਿਮਖ ਨ ਬਿਸਰੋ ਮਨ ਤੇ ਹਰ ਹਰ। ਸਾਧ ਸੰਗਤ ਮਹਿ ਪਾਇਆ। ਮਾਈ ਖਾਟ ਆਇਓ ਕਰ ਪੂਤਾ। ਹਰ ਧਨ ਚਲਤੇ ਹਰ ਧਨ ਬੈਸੇ। ਹਰ ਧਨ ਜਾਗਤ ਸੂਤਾ। ਰਹਾਉ ਹਰ ਧਨ ਇਸ਼ਨਾਨ ਹਰ ਧਨ ਗਿਆਨ।
ਹਰ ਸੰਗ ਲਾਏ ਧਿਆਨਾ, ਹਰ ਤਨ ਤੁਲਹਾ ਹਰ ਤਨ ਬੇੜੀ, ਹਰ ਹਰ ਤਾਰ ਪਰਾਨਾ। ਹਰ ਤਨ ਮੇਰੀ ਚਿੰਤ ਬਿਸਾਰੀ, ਹਰ ਤਨ ਲਾਹਿਆ ਧੋਖਾ। ਹਰ ਤਨ ਤੇ ਮੈਂ ਨਵਨਿਧ ਪਾਈ, ਹਾਥ ਚਰਿਓ ਹਰ ਥੋਕਾ। ਖਾਵੋ ਖਰਚੋ ਟੋਟ ਨ ਆਵੈ, ਹਾਲਤ ਪਾਲਤ ਕੈ ਸੰਗੇ। ਲਾਦ ਖਜ਼ਾਨਾ ਗੁਰ ਨਾਨਕ ਕਉ ਦੀਆ, ਇਹੋ ਮਨ ਹਰ ਰੰਗ ਰੰਗੇ। ਖਾਵੋ ਖਰਚੋ ਟੋਟ ਨ ਆਵੈ, ਹਾਲਤ ਪਾਲਤ ਕੈ ਸੰਗੇ। ਲਾਦ ਖਜ਼ਾਨਾ ਗੁਰ ਨਾਨਕ ਕਉ ਦੀਆ, ਇਹੋ ਮਨ ਹਰ ਰੰਗ ਰੰਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਜੁਗ ਹੋ ਜੁਗੇ ਅਟਲ, ਚਵਰ ਛਤਰ ਤਖਤ ਕੇ ਮਾਲਕ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਰਮ ਤਿਆਗ ਔਰ ਵੈਰਾਗ ਦੀ ਮੂਰਤ, ਮਹਾਨ ਤੇਜਸਵੀ ਸੂਰਬੀਰ ਬਚਨ ਕੇ ਬਲੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਆਪਾਂ ਰੋਜ਼ ਭਾਵਨਾ ਪ੍ਰੇਮ ਸ਼ਰਧਾ ਕੀਦੇ ਨਾਲ ਯਾਦ ਕਰਦੇ ਹਾਂ। ਜਦੋਂ ਵੀ ਸਿੱਖ ਅਰਦਾਸ ਕਰਦਾ ਹੈ, ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਐਸੇ ਮਹਾਂਬਲੀ ਯੋਧੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਾਵਨ ਸਥਾਨਾਂ ਤੇ ਜੁੜ ਬੈਠੇ ਹੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ ਅਕਸਰ ਆਪਾਂ ਸੁਣਦੇ ਹਾਂ, ਤਿਆਗ ਦੇ ਵੈਰਾਗ ਦੀ ਮੂਰਤ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿੱਥੇ ਤਿਆਗ ਤੇ ਵੈਰਾਗ ਦੀ ਮੂਰਤ ਸਨ, ਉੱਥੇ ਸੂਰਬੀਰ ਬਚਨਾਂ ਦੇ ਬਲੀ ਵੀ ਸਨ। ਹਿੰਦ ਦੀ ਰਾਖੀ ਵਾਸਤੇ ਮਹਾਰਾਜ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਆਪਣਾ ਸੀਸ ਕੁਰਬਾਨ ਕਰਦੇ ਨੇ। ਪਰ ਜਦੋਂ 11 ਸਾਲ ਦੀ ਉਮਰ ਸੀ, ਸ੍ਰੀ ਕਰਤਾਰਪੁਰ ਸਾਹਿਬ ਦੀ ਜੰਗ ਹੋਣ ਲੱਗੀ ਤੇ ਨਵਾਂ ਹੀ ਵਿਆਹ ਹੋਇਆ ਸੀ, ਤੇ ਸਤਿਗੁਰੂ ਤੇਗ ਵਾਹੁੰਦੇ ਨੇ,
ਮਾਤਾ ਨਾਨਕੀ ਜੀ ਆਪਣੇ ਪੁੱਤਰ ਨੂੰ ਤੇਗ ਵਾਹੁੰਦਿਆਂ ਵੇਖਦੇ ਦੁਪਹਿਰਾ ਹੋ ਗਿਆ। ਸੁਨੇਹਾ ਭੇਜਿਆ, ਜਾਓ ਜਾ ਕੇ ਆਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਵਾਪਸ ਆ ਜਾਓ, ਵੀ ਸਵੇਰ ਦੇ ਜੰਗ ਕਰਦੇ ਥੱਕ ਗਏ ਹੋਵੋਗੇ। ਕਿੰਨੀ ਕੁ ਉਮਰ ਹੁੰਦੀ? 11 ਸਾਲ ਦੀ। ਮਹਿਸੂਸ ਕਰੀਏ ਉਸ ਪੱਖ ਨੂੰ, ਉਸ ਗੱਲ ਨੂੰ, ਸਮੇਂ ਨੂੰ। ਜਦੋਂ ਇੱਕ ਮਾਂ ਦਾ 11 ਸਾਲ ਦਾ ਪੁੱਤਰ ਮੈਦਾਨੇ ਜੰਗ ਵਿੱਚ ਜੂਝਦਾ ਹੋਵੇ, ਮਾਂ ਕਹਿੰਦੀ ਪੁੱਤਰ ਥੱਕ ਗਿਆ ਹੋਵੇਗਾ। ਇੱਕ ਸਿੱਖ ਗਿਆ, ਜਾ ਕੇ ਬੇਨਤੀ ਕੀਤੀ, ਹੇ ਗੁਰਦੇਵ, ਮਾਤਾ ਜੀ ਯਾਦ ਕਰਦੇ ਨੇ ਕਿ ਆਪ ਜੀ ਜੰਗ ਤੋਂ ਵਾਪਸ ਆ ਜਾਓ, ਥੱਕ ਗਏ ਹੋਵੋਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਮੇਰੀ ਮਾਤਾ ਜੀ ਨੂੰ ਇਹ ਗੱਲ ਕਹਿ ਦਿਓ ਕਿ ਸੂਰਬੀਰ ਯੋਧਾ 2 ਤਰੀਕਿਆਂ ਨਾਲ ਜੰਗ ਚੋਂ ਵਾਪਸ ਆਉਂਦਾ। ਪਹਿਲਾ ਜਿੱਤ ਕੇ, ਦੂਜਾ ਸ਼ਹੀਦ ਹੋ ਕੇ। ਜੇ ਜਿੱਤ ਕੇ ਆਉਂਦਾ ਤੇ ਜਿਉਂਦਾ ਮੁੜਦਾ, ਜਿੱਤ ਦਾ ਸਿਹਰਾ ਸਿਰ ਤੇ ਬੰਨ ਕੇ ਆਉਂਦਾ, ਜਾਂ ਫਿਰ ਸ਼ਹਾਦਤ ਦਾ ਸਿਹਰਾ ਸਿਰ ਤੇ ਬੰਨ ਕੇ ਜੰਗ ਚੋਂ ਮੁੜਦਾ ਹੈ। ਤੋ 2 ਗੱਲਾਂ ਦੇ ਵਿੱਚੋਂ ਇੱਕ ਗੱਲ ਹੋਵੇਗੀ, ਜਾਂ ਤਾਂ ਸ਼ਹਾਦਤ ਦਾ ਸਿਹਰਾ ਸਿਰ ਤੇ ਬੰਨਾਂਗੇ ਤੇ ਜਾਂ ਫਿਰ ਜਿੱਤ ਦਾ। ਏਦਾਂ ਮੈਂ ਪਿੱਠ ਦੇ ਕੇ ਮੈਦਾਨੇ ਜੰਗ ਵਿੱਚੋਂ ਵਾਪਸ ਨਹੀਂ ਮੁੜਦਾ। ਇਹ 11 ਸਾਲ ਦੀ ਉਮਰ ਦੀ ਘਟਨਾ ਜੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹੋ ਜੀ ਤੇਗ ਵਾਹੁੰਦੇ ਨੇ, ਜਿਨ੍ਹਾਂ ਦੀ ਵਹਿੰਦੀ ਤੇਗ ਨੂੰ ਵੇਖ ਕੇ ਮਹਾਂਬਲੀ ਯੋਧੇ, ਦੀਨ ਦੁਨੀਆ ਦੇ ਪਾਤਸ਼ਾਹ ਅਡੋਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵੀ ਆਸ਼ੀਸ਼ ਕਰ ਉੱਠੇ। ਨਾਮ ਰੱਖਿਆ ਤੇਗ ਬਹਾਦਰ। ਜਿਨ੍ਹਾਂ 11 ਸਾਲ ਦੀ ਉਮਰ ਦੇ ਵਿੱਚ ਇਸ ਪੱਖ ਨੂੰ ਸਮਝਿਆ ਕਿ ਯੋਧਾ ਮੈਦਾਨੇ ਜੰਗ ਵਿੱਚ ਜਾਂ ਜਿੱਤ ਕੇ ਆਉਂਦਾ ਜਾਂ ਸ਼ਹੀਦ ਹੋ ਕੇ ਆਉਂਦਾ। ਅੱਜ ਜਦੋਂ 54 ਸਾਲ ਦੀ ਉਮਰ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇਣ ਜਦੋਂ ਆਪ ਗਏ ਤੇ ਕਿਸੇ ਦੇ ਧਰਮ ਦੀ, ਮਨੁੱਖਤਾ ਦੀ ਰਾਖੀ ਵਾਸਤੇ, ਇੱਥੇ ਇੱਕ ਧਰਮ ਦੀ ਗੱਲ ਨਹੀਂ, ਕਿਉਂਕਿ ਜਦੋਂ ਔਰੰਗਜ਼ੇਬ ਦੀ ਤੇਗ ਵਹਿ ਰਹੀ ਸੀ ਨਾ, ਏਕਤਾ ਚਾਹੁੰਦਾ ਸੀ ਦੇਸ਼ ਅੰਦਰ ਵੀ ਏਕਤਾ ਹੋਵੇ। ਉਸ ਵਕਤ 2 ਹੀ ਵੱਡੇ ਧਰਮ ਸਨ, ਇਸਲਾਮ ਤੇ ਹਿੰਦੂ। ਤਾਂ ਸੁਭਾਵਿਕ ਹੈ ਉਹ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ ਜਦੋਂ ਜ਼ਬਰਦਸਤੀ ਧਰਮ ਤਬਦੀਲ ਕਰਦਾ ਤੇ ਬਾਕੀ ਤਾਂ ਵਾਕਿਆ ਹੀ ਆਪੇ ਲਪੇਟੇ ਜਾਣੇ ਸਨ ਵਿੱਚ। ਇਸ ਕਰਕੇ ਉਹ ਧਰਮ ਦੇ ਤੇ ਸ੍ਰਿਸ਼ਟੀ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 54 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ। ਸੂਰਬੀਰ ਬਚਨ ਕੇ ਬਲੀ, ਜਿਹੜਾ ਬਚਨ ਆਨੰਦਪੁਰ ਸਾਹਿਬ ਕੀਤਾ, ਆਪਣਾ ਕਹਿਆ ਬਚਨ ਜਾ ਕੇ ਦਿੱਲੀ ਵਿਖੇ ਵੀ ਨਿਭਾਇਆ। ਇਹ ਅਰਜ਼ ਤਾਂ ਕੀਤੀ, ਆਪਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਆਗ ਤੇ ਵਿਰਾਗ ਦੀ ਮੂਰਤ ਕਹਿੰਦੇ ਆ, ਪਰ ਜਿੱਥੇ 9ਵੇਂ ਪਾਤਸ਼ਾਹ ਤਿਆਗ ਤੇ ਵਿਰਾਗ ਦੀ ਮੂਰਤ ਨੇ, ਉਥੇ ਮਹਾਂਬਲੀ ਯੋਧੇ ਤੇ ਸ਼ਹੀਦਾਂ ਦੇ ਵਿੱਚ ਉਹ ਸਰਤਾਜ ਵੀ ਨੇ, ਜਿਨ੍ਹਾਂ ਨੇ ਇਹੋ ਜੀ ਮਹਾਨ ਕੁਰਬਾਨੀ ਦਿੱਤੀ। ਉਹਨਾਂ ਦੀ ਗੋਦ ਵਿੱਚ ਆਪ ਜੀ ਜੁੜ ਬੈਠੇ ਹੋ। ਸਤਿਗੁਰਾਂ ਨੇ ਰਹਿਮਤ ਕਰਕੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਆਪਣੀਆਂ ਸੁਰਤੀਆਂ ਬਿਰਤੀਆਂ ਸਤਿਗੁਰਾਂ ਦੇ ਚਰਨਾਂ ਪਾਸ ਜੋੜ ਕਰ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦਾ ਉਪਦੇਸ਼ ਸਰਵਣ ਕਰੀਏ। ਸੁਨ ਉਪਦੇਸ਼ ਹਿਰਦੈ ਬਸਾਵਹੁ,
ਮਨ ਇਛੇ ਨਾਨਕ ਫਲ ਪਾਵੋ। ਉਪਦੇਸ਼ ਜਿਹੜਾ ਆਪਾਂ ਸੁਣਦੇ ਹਾਂ ਉਹ ਹਿਰਦੇ ਵਿੱਚ ਵਸਾਉਣ ਵਾਸਤੇ ਹੁੰਦਾ ਹੈ। ਤੋ ਜਿਤਨੀ ਦੇਰ ਤੱਕ ਸੁਣੀ ਹੋਈ ਗੱਲ ਹਿਰਦੇ ਦੇ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰਦੀ, ਹਿਰਦੇ ਦੇ ਘਰ ਵਿੱਚ ਨਹੀਂ ਬੈਠਦੀ, ਤੋ ਸੁਣੀ ਹੋਈ ਗੱਲ ਅਜੇ ਪੂਰੀ ਨਹੀਂ ਹੋਈ। ਸੁਣਿਆ ਬਚਨ ਪੂਰਾ ਉਦੋਂ ਹੀ ਹੁੰਦਾ ਜਦੋਂ ਸਿੱਖ ਹਿਰਦੇ ਵਿੱਚ ਵਸਾ ਲੈਂਦਾ, ਉਸ ਦੇ ਮੁਤਾਬਕ ਆਪਣਾ ਜੀਵਨ ਢਾਲ ਲੈਂਦਾ। ਤੇ ਸਤਿਗੁਰੂ ਕਹਿੰਦੇ ਮਨ ਇੱਛੇ ਨਾਨਕ ਫਲ ਪਾਵੋ। ਜਦੋਂ ਆਪਣਾ ਜੀਵਨ ਗੁਰੂ ਦੇ ਬਚਨਾਂ ਅਨੁਸਾਰ ਢਾਲ ਲਓਗੇ ਤੇ ਫਿਰ ਜੋ ਚਾਹੋਗੇ ਮਿਲ ਜਾਏਗਾ। ਇੱਕ ਸਨਾਤਨ ਮਤ ਦਾ ਵਿਦਵਾਨ ਬੜਾ ਸੋਹਣਾ ਬਚਨ ਕਹਿ ਰਿਹਾ ਸੀ। ਉਹ ਵਿਆਖਿਆ ਕਰਦਾ ਸੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਬੜੇ ਸੁੰਦਰ ਉਹਨੇ ਬੋਲ ਲਿਖੇ ਇਸ ਸੰਬੰਧ ਅੰਦਰ ਕਿ ਜਦੋਂ ਸੇਵਕ ਆਪਣੇ ਮਾਲਕ ਦੇ ਕੋਲੋਂ ਮੰਗਦਾ ਹੈ ਤੇ ਸੋਈ ਸੋਈ ਦੇਵੈ। ਸੋਈ ਦਾ ਭਾਵ ਵੀ ਜੋ ਉਹ ਮੰਗਦਾ, ਮਾਲਕ ਆਪਣੇ ਸੇਵਕ ਦੀ ਝੋਲੀ ਵਿੱਚ ਉਹੀ ਕੁਝ ਪਾਈ ਜਾਂਦਾ। ਜੋ ਚਾਹੁੰਦਾ ਉਹਨੂੰ ਮਿਲ ਹੀ ਜਾਂਦਾ ਹੈ। ਉਹਦੇ ਦਰ ਤੋਂ ਖਾਲੀ ਨਹੀਂ ਮੁੜਦਾ। ਤੋ ਜਗਤ ਦੇ ਅੰਦਰ ਗਿਲਾ ਕਰਨ ਵਾਲੇ ਵੀ ਬੜੇ ਹੋਵਣਗੇ ਕਿ ਸਾਨੂੰ ਇਹ ਕੁਝ ਨਹੀਂ ਮਿਲਿਆ। ਫਿਰ ਸੁਰਤ ਇੱਥੇ ਆ ਕੇ ਖੜਦੀ ਹੈ ਵੀ ਉਹਦਾ ਕਾਰਨ ਇਹ ਹੈ ਕਿ ਜਦੋਂ ਦਾਤੇ ਦੀ ਗੱਲ ਅਸੀਂ ਨਹੀਂ ਮੰਨਦੇ, ਜੋ ਦੇਣ ਵਾਲਾ ਦਾਤਾ ਹੈ, ਜਦੋਂ ਉਹਦੀ ਕਈ ਗੱਲ ਅਸੀਂ ਨਹੀਂ ਮੰਨਦੇ ਤੇ ਹੋ ਸਕਦਾ ਹੈ ਕਿ ਸਾਡਾ ਜੇ ਭਾਂਡਾ ਨਾ ਬਣਿਆ ਹੋਵੇ ਤੇ ਦੇਣ ਵਾਲਾ ਦਾਤਾ ਉਸ ਭਾਂਡੇ ਵਿੱਚ ਚੀਜ਼ ਪਾਉਣ ਤੋਂ ਸੰਕੋਚ ਵੀ ਕਰਦਾ ਹੋਵੇ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਮਿਲਦਾ ਨਹੀਂ ਜਾਂ ਦਾਤਾ ਦਿੰਦਾ ਨਹੀਂ। ਫਰਕ ਇੰਨਾ ਕਹਿ ਕਿ ਜਦੋਂ ਸੇਵਕ ਮੰਗਦਾ ਤੇ ਸੋਈ ਸੋਈ ਦੇਵੈ, ਉਹ ਸਭ ਕੁਝ ਹੀ ਦੇ ਰਹੇ ਹੈ। ਸੇਵਕ ਖਾਲੀ ਨਹੀਂ ਮੁੜ ਰਿਹਾ। ਕਾਰਨ ਇਹ ਹੈ ਕਿ ਸੇਵਕ ਨੇ ਗੁਰੂ ਦੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਢਾਲ ਲਿਆ। ਜੋ ਗੁਰੂ ਨੇ ਆਖਿਆ ਉਹ ਸੇਵਕ ਨੇ ਮੰਨ ਲਿਆ ਤੇ ਫਿਰ ਜੋ ਸੇਵਕ ਕਹਿੰਦਾ ਫਿਰ ਗੁਰੂ ਕਿਵੇਂ ਮੋੜ ਦੇਵੇ। ਜਾ ਕਾ ਕਹਿਆ ਦਰਗਹ ਚੱਲੈ। ਇੱਥੇ ਤਾਂ ਕਨਾਇਤ ਦਾ ਇੱਕ ਇੱਕ ਜਰਾ ਉਹਨਾਂ ਦਾ ਕਿਹਾ ਮੰਨਦਾ, ਉਹਨਾਂ ਦਾ ਆਖਿਆ ਦਰਗਾਹ ਵਿੱਚ ਵੀ ਚੱਲਦਾ ਹੈ। ਦਰਗਾਹ ਵਿੱਚ ਵੀ ਉਹਨਾਂ ਦੇ ਬੋਲ ਮੁੜਦੇ ਨਹੀਂ, ਉੱਥੇ ਵੀ ਸਫਲੇ ਹੁੰਦੇ ਨੇ। ਜਦੋਂ ਅਸੀਂ ਕਿਸੇ ਗੱਲ ਤੋਂ ਖਾਲੀ ਰਹਿ ਜਾਂਦੇ ਹਾਂ ਤਾਂ ਇਹਦਾ ਭਾਵ ਕਿਤੇ ਨਾ ਕਿਤੇ ਸਾਡੇ ਜੀਵਨ ਦੇ ਵਿੱਚ ਕਮੀ ਹੋਵੇਗੀ ਕਿ ਜੋ ਸਤਿਗੁਰੂ ਜੀ ਨੇ ਸਾਨੂੰ ਕਿਹਾ ਅਸੀਂ ਕਿਤੇ ਨਾ ਕਿਤੇ ਉਹਦੇ ਤੋਂ ਇਨਕਾਰੀ ਹੋਵਾਂਗੇ। ਉਹਨੂੰ ਕਮਾਉਣ ਤੋਂ ਅਸੀਂ ਕਿਤੇ ਨਾ ਕਿਤੇ ਬਾਗੀ ਹੋਵਾਂਗੇ। ਜੇ ਅਸੀਂ ਬਾਗੀ ਹਾਂ ਤੇ ਸੁਭਾਵਿਕ ਹੈ ਕਿ ਅਜੇ ਭਾਂਡਾ ਨਹੀਂ ਬਣਿਆ ਤੇ ਗੁਰੂ ਨੇ ਦਾਤ ਦੇਣ ਤੋਂ ਸੰਕੋਚ ਕੀਤਾ ਵੀ ਤੇਰੇ ਭਾਗ ਵਿੱਚ ਨਹੀਂ ਅਜੇ। ਤੇ ਜੇ ਜੀਵਨ ਗੁਰੂ ਦੇ ਅਨੁਸਾਰ ਹੀ ਫਿਰ ਬਤੀਤ ਕੀਤਾ, ਵੇਖੋ ਬਾਬਾ ਆਦਮ ਸਾਹਿਬ ਜੀ ਜਦੋਂ ਮੰਗਣ ਆਏ, ਮਾਈ ਭਿੱਖਾਂ ਸੀ ਉਹਨਾਂ ਦੇ ਘਰੋਂ ਮਾਤਾ ਜੀ, ਤੇ ਗੁਰੂ ਰਾਮਦਾਸ ਸਾਹਿਬ ਨੇ ਖਾਲੀ ਤਾਂ ਨਹੀਂ ਨਾ ਤੋਰਿਆ, ਉਹਨਾਂ ਦੀ ਝੋਲੀ ਭਰ ਕੇ ਹੀ ਤੋਰਿਆ। ਆਏ ਹੋ ਮੰਗਣ ਸੇਵਾ ਕੀਤੀ, ਭਾਵੇਂ ਤੁਹਾਡੇ ਭਾਗਾਂ ਵਿੱਚ ਪੁੱਤਰਤਾ ਨਹੀਂ ਪਰ ਖਾਲੀ ਨਹੀਂ ਜਾਣ ਦਿੰਦੇ ਤੁਹਾਨੂੰ। ਫਿਰ ਝੋਲੀ ਭਰ ਕੇ ਤੋਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਦਇਆ ਕਰਦੇ ਉਹਨਾਂ ਤੇ। ਤੋ ਜਦੋਂ ਸੇਵਕ ਸੁਣ ਉਪਦੇਸ਼, ਗੁਰੂ ਦਾ ਉਪਦੇਸ਼ ਸੁਣ ਕੇ ਹਿਰਦੈ ਬਸਾਵੋ, ਉਹਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਮਨ ਇੱਛੇ ਨਾਨਕ ਫਲ ਪਾਵੋ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਫਿਰ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸੇਵਕ ਜੋ ਮਾਲਕ ਤੋਂ ਮੰਗਦਾ ਫਿਰ ਮਾਲਕ ਉਹੀ ਕੁਝ ਉਹਦੀ ਝੋਲੀ ਵਿੱਚ ਪਾਈ ਜਾਂਦਾ, ਉਹਨੂੰ ਖਾਲੀ ਨਹੀਂ ਮੁੜਨ ਦਿੰਦਾ। ਆਓ ਆਪਣਾ ਮਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੋੜੀਏ ਤੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਅਦਬ ਨਾਮ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ।
ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ। ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ। ਅੱਜ ਦੇ ਪਾਵਨ ਮਹਾਵਾਕ ਪੰਚਮ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਰਾਗ ਗੂਜਰੀ ਅੰਦਰ ਸ਼ਿਸ਼ੋਭਤ ਹਨ। ਇਸ ਪਾਵਨ ਸ਼ਬਦ ਦੀ ਜਿਹੜੀ ਉਥਾਨਕਾ ਵਿਦਵਾਨਾਂ ਲਿਖੀ ਹੈ, ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਬਚਪਨ ਦੇ ਕਈ ਸਾਲ ਆਪਣੇ ਨਾਨਾ ਜੀ ਦੀ ਛਤਰ ਛਾਇਆ ਹੇਠ ਬਤੀਤ ਕੀਤੇ। ਦੋਇਤਾ ਬਾਣੀ ਕਾ ਬੋਇਤਾ ਵਰ ਮਿਲਿਆ। ਇੱਕ ਦਿਨ ਮਹਾਰਾਜ ਓਗਰਾ ਛਕਦੇ ਸਨ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ, ਪੰਜਵੇਂ ਪਾਤਸ਼ਾਹ ਆਏ ਤੇ ਥਾਲ ਦੇ ਕੋਲ ਆ ਕੇ ਨਾ ਜਦੋਂ ਹੱਥ ਪਾਉਣ ਲੱਗੇ ਤੇ ਸੇਵਕ ਨੇ ਚੁੱਕਿਆ ਬਾਹਰ ਛੱਡ ਆਇਆ। ਫਿਰ ਆ ਗਏ, ਫਿਰ ਉਹ ਲੰਗਰ ਚੋਂ ਲੈ ਕੇ ਬਾਹਰ ਗਿਆ। ਰਿੜਦੇ ਸਨ ਉਦੋਂ। ਫਿਰ ਬਾਹਰ ਲੈ ਕੇ ਗਿਆ ਤੇ ਮਹਾਰਾਜ ਫਿਰ ਰਿੜ ਕੇ ਆ ਗਏ ਤੇ ਸਤਿਗੁਰੂ ਜੀ ਸੇਵਕ ਨੂੰ ਕਹਿੰਦੇ ਵੀ ਰਹਿਣ ਦੇ, ਕੋਈ ਨਹੀਂ। ਕਹਿੰਦੇ ਦੋਨੇ ਮੁੱਠਾਂ ਥਾਲ ਵਿੱਚ ਪਾਈਆਂ ਤੇ ਉਗਰਾ ਨਾ ਖਿਲਾਰਨਾ ਸ਼ੁਰੂ ਕਰ ਦਿੱਤਾ। ਉਥੇ ਮਹਾਰਾਜ ਕਹਿੰਦੇ ਠਹਿਰੋ ਥਾਲ ਦੇ ਮਾਲਕਾ, ਅਜੇ ਸਮਾਂ ਨਹੀਂ ਆਇਆ। ਠਹਿਰੋ ਥਾਲ ਦੇ ਮਾਲਕਾ, ਅਜੇ ਸਮਾਂ ਨਹੀਂ ਆਇਆ। ਥਾਲ ਤੇਰਾ ਹੀ ਹੈ, ਅਜੇ ਸਮਾਂ ਲੱਗੇਗਾ। ਤੇ ਬਚਨ ਹੋਇਆ ਕਿ ਜਿਵੇਂ ਇਹ ਥਾਲ ਦੇ ਵਿੱਚੋਂ ਓਗਰਾ ਭਰ ਭਰ ਕੇ ਖਿਲਾਰਦਾ, ਏਦਾਂ ਹੀ ਦਾਤਾਂ ਵੰਡੇਗਾ। ਦੋਇਤਾ ਬਾਣੀ ਕਾ ਬੋਇਤਾ ਵਰ ਤਾਂ ਹੋਇਆ ਹੀ, ਪਰ ਜਿਹੜਾ ਬਚਨ ਗੁਰੂ ਅਮਰਦਾਸ ਸਾਹਿਬ ਨੇ ਥਾਲ ਵਿੱਚੋਂ ਓਗਰਾ ਖਿਲਾਰਨ ਵਕਤ ਕਿਹਾ ਨਾ, ਮਹਾਰਾਜ ਕਹਿੰਦੇ ਏਦਾਂ ਹੀ ਫਿਰ ਇਹ ਥਾਲ ਦੇ ਵਿੱਚੋਂ ਭਰ ਭਰ ਕੇ ਦਾਤਾਂ ਵੀ ਖਿਲਾਰੇਗਾ। ਗੁਰੂ ਰਾਮਦਾਸ ਮਹਾਰਾਜ ਗੱਦੀ ਤੇ ਬੈਠੇ, ਆਪ ਜੀ ਜੋਤੀ ਜੋਤ ਸਮਾ ਗਏ ਤੇ ਉਸ ਤੋਂ ਉਪਰੰਤ ਜਦੋਂ ਪੰਜਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਨਾ, ਤੇ ਸਤਿਗੁਰੂ ਜੀ ਆਪਣੀ ਮਾਤਾ ਬੀਬੀ ਭਾਨੀ ਜੀ ਦੇ ਘਰ ਚ ਆਏ। ਆ ਕੇ ਨਮਸਕਾਰ ਕੀਤੀ। ਮਾਂ ਕਹਿੰਦੀ ਪੁੱਤਰ ਕੀ ਖੱਟ ਕੇ ਆਇਆ? ਰਹਾਉ ਦੀ ਪੰਕਤੀ ਵਿੱਚ ਕਹਿੰਦੇ ਨਾ, ਮਾਈ ਖਾਟ ਆਇਓ ਘਰ ਪੂਤਾ। ਹੇ ਮਾਤਾ, ਤੇਰਾ ਪੁੱਤਰ ਅੱਜ ਬਹੁਤ ਵੱਡਾ ਧਨ ਖੱਟ ਕੇ ਘਰ ਦੇ ਵਿੱਚ ਆਇਆ। ਬੀਬੀ ਭਾਨੀ ਜੀ ਅਕਸਰ ਕਹਿੰਦੇ ਸਨ, ਪੁੱਤਰ ਮੈਨੂੰ ਤੇਰੇ ਤੇ ਹੀ ਭਰੋਸਾ ਹੈ ਵੀ ਤੂੰ ਹੀ ਲਾਜ ਰੱਖੇਂਗਾ। ਪ੍ਰਿਥੀ ਚੰਦ ਹੰਕਾਰੀ ਹੈ, ਬਾਬਾ ਮਾਨਦੇਵ ਉਹਨੂੰ ਸੰਸਾਰ ਦਾ ਮੋਹ ਨਹੀਂ, ਪਰ ਮੈਨੂੰ ਤੇਰੇ ਤੇ ਭਰੋਸਾ ਹੈ ਕਿ ਤੂੰ ਲਾਜ ਰੱਖੇਂਗਾ। ਤੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਸਤਿਗੁਰੂ ਕਹਿੰਦੇ, ਮਾਂ ਮੈਂ ਇੱਕ ਮਹਾਨ ਧਨ ਖੱਟ ਕੇ ਆਇਆ। ਤੇ ਉਹਦੀ ਵਿਆਖਿਆ ਮਹਾਰਾਜ ਨੇ ਇਸ ਸਾਰੇ ਸ਼ਬਦ ਵਿੱਚ ਕੀਤੀ ਹੈ। ਸਾਡੇ ਜੀਵਨ ਵਿੱਚ ਸਭ ਤੋਂ ਜ਼ਰੂਰੀ ਚੀਜ਼ ਧਨ ਹੈ। ਧਨ ਤੋਂ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਚੱਲਦਾ। ਰਾਜਨੀਤਿਕ, ਸਮਾਜਿਕ, ਆਰਥਿਕ ਦੁਨੀਆ, ਧਾਰਮਿਕ ਦੁਨੀਆ ਸਭ ਮਾਇਆ ਦੇ ਪਿੱਛੇ ਹੀ ਨੇ। ਜਿੱਥੇ ਦੁਨਿਆਵੀ ਧਨ ਸਾਡੇ ਜੀਵਨ ਦੀ ਲੋੜ ਹੈ, ਉੱਥੇ ਇੱਕ ਅਸਲ ਧਨ ਪਰਮੇਸ਼ਰ ਦਾ ਨਾਮ ਹੈ ਜੋ ਸਾਡੇ ਮਨ ਦੀ ਵੀ ਲੋੜ ਹੈ। ਪਰ ਸੰਸਾਰ ਦੇ ਪਦਾਰਥ ਜਿਹੜੇ ਦ੍ਰਿਸ਼ਮਾਨ ਪਦਾਰਥ ਨੇ, ਉਹਨਾਂ ਪਦਾਰਥਾਂ ਦਾ ਪ੍ਰਭਾਵ ਮਨ ਦੇ ਉੱਪਰ ਇਤਨਾ ਕੁ ਜ਼ਿਆਦਾ ਹੈ ਕਿ ਮਨੁੱਖ ਅੰਦਰ ਦਾ ਧਨ ਵਿਹਾਜਣ ਤੋਂ ਖਾਲੀ ਰਹਿ ਗਿਆ। ਜਿਸ ਨੂੰ ਮਹਾਰਾਜ ਨੇ ਆਖਿਆ ਸੀ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਇਹ ਕਿਹਾ ਸੀ ਨਾ, ਜਾ ਕੋ ਆਏ ਸੋਈ ਬਿਹਾਜੋ।
ਜਿਸ ਨੂੰ ਕਮਾਉਣ ਵਾਸਤੇ ਖੱਟਣ ਵਾਸਤੇ ਆਇਓ ਉਹਦੀ ਕਮਾਈ ਕਰੋ, ਪਰ ਦ੍ਰਿਸ਼ਮਾਨ ਪਸਾਰਾ ਮਨ ਦੇ ਉੱਪਰ ਇਤਨਾ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਿਆ ਕਿ ਨਾਮ ਰੂਪੀ ਧਨ ਤਾਂ ਖੱਟਣਾ ਭੁੱਲ ਹੀ ਗਿਆ। ਅਸੀਂ ਦੁਨਿਆਵੀ ਧਨ ਖੱਟਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਸ਼ਬਦ ਦੀ ਇੱਕ ਇੱਕ ਪੰਕਤੀ ਅੰਦਰ ਨਾਮ ਰੂਪੀ ਧਨ ਦੀ ਵਿਆਖਿਆ ਕੀਤੀ ਹੈ। ਹਰ ਧਨ ਜਾਪ, ਜਾਪ ਕਿਹਨੂੰ ਕਹਿੰਦੇ? ਰਸਨਾ ਨਾਲ ਜਪਣਾ, ਬੈਖਰੀ ਬਾਣੀ ਨਾਲ, ਵਾਹਿਗੁਰੂ 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 ਵਾਹਿਗੁਰੂ। ਹਰੀ ਦਾ ਧਨ ਹੀ ਮੇਰਾ ਜਾਪ ਹੈ, ਪਰਮੇਸ਼ਰ ਦਾ ਨਾਮ ਰੂਪੀ ਧਨ ਹੀ ਮੇਰਾ ਜਾਪ ਹੈ। ਹਰ ਧਨ ਤਾਪ, ਪਰਮੇਸ਼ਰ ਦਾ ਨਾਮ ਰੂਪੀ ਧਨ ਹੀ ਮੇਰਾ ਤਪ ਹੈ। ਕਿਸੇ ਸਵਾਲ ਕੀਤਾ ਵੀ ਅਸਲੀ ਤਪ ਕਿਹੜਾ ਹੈ ਸਿੱਖ ਮਤ ਦੇ ਅੰਦਰ? ਇੱਕ ਧੁਨੀ ਤਾਪ ਦਾ ਹੈ, ਯੋਗ ਸਾਧਨਾ ਸਾਧਦਾ ਆਪਾਂ ਕਹਿੰਦੇ ਆ ਵੀ ਤਪਸਵੀ ਹੈ, ਪਰ ਸਾਡਾ ਤਪ ਕਿਹੜਾ ਹੈ? ਅਸਲ ਵਿੱਚ ਗੁਰਬਾਣੀ ਪੜ੍ਹਨੀ, ਸੇਵਾ ਕਰਨੀ। ਜੈਸੇ ਬਾਣੀ ਨੇ ਆਖਿਆ, ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਦੀ ਸੇਵਾ ਜਿਹੜੀ ਹੈ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ। ਨਾਮ ਜਪਣਾ, ਸੰਗਤ ਕਰਨੀ, ਇਹ ਤਪ ਹੀ ਹੈ। ਜਿੱਥੇ ਅਸੀਂ ਆਪਣੇ ਮਨ ਦੀ ਸਾਧਨਾ ਕਰਨੀ ਹੈ। ਇੱਕ ਤਪਸਵੀ ਜਿਹੜਾ ਹੈ, ਤਪਸਵੀ ਸਾਧਨਾ ਕਰਦਾ ਹੈ, ਆਪਣੇ ਮਨ ਨੂੰ ਸਾਧਦਾ ਹੈ। ਭਾਵੇਂ ਉਹ ਧੂਣੀ ਲਾ ਕੇ ਬੈਠਾ ਹੋਇਆ, ਕੋਈ ਸਰੀਰ ਨੂੰ ਸਾਧ ਰਿਹਾ, ਕੋਈ ਮਨ ਨੂੰ ਸਾਧ ਰਿਹਾ, ਕਠਨ ਤੋਂ ਕਠਨ ਤਪੱਸਿਆ ਕਰ ਰਿਹਾ, ਪਰ ਮਹਾਰਾਜ ਨੇ ਵੀ ਸਾਨੂੰ ਤਪ ਦਿੱਤਾ। ਉਹ ਤਪ ਬਾਣੀ ਦੇ ਰੂਪ ਵਿੱਚ, ਸਤ ਸੰਗਤ ਦੇ ਰੂਪ ਦੇ ਅੰਦਰ, ਕੀਰਤਨ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ, ਇਹ ਵੀ ਤਪ ਹੈ। ਪਰਮੇਸ਼ਰ ਦਾ ਨਾਮ ਰੂਪੀ ਧਨ ਹੀ ਮੇਰੇ ਲਈ ਤਪ ਹੈ। ਹਰ ਧਨ ਭੋਜਨ ਪਾਇਆ, ਤੇ ਹਰੀ ਦਾ ਨਾਮ ਰੂਪੀ ਭੋਜਨ ਹੀ ਮੈਨੂੰ ਪਾਇਆ, ਭਾਵ ਚੰਗਾ ਲੱਗਿਆ। ਨਾਮ ਦਾ ਭੋਜਨ ਜੈਸੇ ਪੇਟ ਦੀ ਤ੍ਰਿਪਤੀ ਭੋਜਨ ਕਰਕੇ ਹੁੰਦੀ ਹੈ, ਤੈਸੇ ਮਨ ਦੀ ਤ੍ਰਿਪਤੀ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਕਰਕੇ ਹੁੰਦੀ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜਿਨ੍ਹਾਂ ਨੇ ਨਾਮ ਦਾ ਭੋਜਨ ਛਕ ਲਿਆ, ਉਹ ਅੰਦਰੋਂ ਤ੍ਰਿਪਤ ਹੋ ਜਾਂਦੇ, ਅੰਦਰੋਂ ਰੱਜ ਜਾਂਦੇ ਨੇ, ਉਹਨਾਂ ਨੂੰ ਭੁੱਖ ਕੋਈ ਨਹੀਂ ਰਹਿੰਦੀ। ਜਦੋਂ ਭਾਈ ਪੱਲੇ ਨੂੰ ਛੇਵੇਂ ਪਾਤਸ਼ਾਹ ਮਿਲਦੇ ਨੇ ਨਾ, ਬੜੀ ਦਰਸ਼ਨਾਂ ਦੀ ਪਿਆਸ ਸੀ ਭਾਈ ਪੱਲੇ ਦੇ ਮਨ ਦੇ ਅੰਦਰ, ਤੇ ਰੋਜ਼ ਅਰਦਾਸਾਂ ਵੀ ਕਰਦਾ ਸੀ। ਅੰਮ੍ਰਿਤ ਵੇਲੇ ਕੀਰਤਨ ਕਰਕੇ, ਮਹਾਰਾਜ ਦਰਸ਼ਨ ਦਿਓ। ਮਾਂ ਬਜ਼ੁਰਗ ਸੀ, ਮੇਰੀ ਬਜ਼ੁਰਗ ਮਾਂ ਨਹੀਂ ਆ ਸਕਦੀ, ਤੇ ਸਤਿਗੁਰੂ ਫਿਰ ਉਹਨਾਂ ਦੇ ਨਾਲ ਦੇ ਨਗਰ ਪਹੁੰਚ ਗਏ। ਕਿਸੇ ਸੁਨੇਹਾ ਦਿੱਤਾ ਭਾਈ ਪੱਲੇ ਨੂੰ ਵੀ ਗੁਰੂ ਸਾਹਿਬ ਆਏ। ਭਾਈ ਪੱਲਾ ਜੀ ਦੌੜ ਕੇ ਗਏ ਤੇ ਕਹਿੰਦੇ ਕਿ ਗੁੜ ਦੀ ਭੇਲੀ ਸੀ, ਖੇਤਾਂ 'ਚ ਕੰਮ ਕਰਨ ਗਏ ਸੀ, ਮਾਂ ਨੇ ਉਹੀ ਦਿੱਤੀ ਸੀ। ਤੇ ਸੋਚਿਆ ਜਦੋਂ ਦਰਬਾਰ 'ਚ ਆਏ ਵੀ ਕੋਈ ਸਿੱਖ ਸੋਨਾ, ਕੋਈ ਚਾਂਦੀ, ਕੋਈ ਘੋੜੇ, ਕੋਈ ਸ਼ਸਤਰ, ਕੋਈ ਬਸਤਰ, ਕੋਈ ਮਾਇਆ ਭੇਟ ਕਰ ਰਿਹਾ, ਤੇ ਮਨ ਸੋਚੀ ਪੈ ਗਿਆ, ਮਨਾ ਮੈਂ ਕੀ ਭੇਟ ਕਰਾਂ? ਵੀ ਗੁੜ ਦੀ ਭੇਲੀ ਭੇਟ ਕਰਦਿਆਂ ਚੰਗਾ ਲੱਗਦਾ। ਹੁਣ ਕਦੀ ਅੱਗੇ ਕਦਮ ਵਧਾਉਣ ਤੇ ਗੁੜ ਦੀ ਭੇਲੀ ਪਿੱਛੇ ਕਰ ਲਿਆ ਕਰਨ, ਫਿਰ ਮਨ ਆਖੇ ਮਨਾ ਸਤਿਗੁਰੂ ਤਾਂ ਪ੍ਰੇਮ ਦੇ ਭੁੱਖੇ ਨੇ, ਫਿਰ ਮਨ ਕਰੇ ਵੀ ਗੁੜ ਦੀ ਭੇਲੀ ਰੱਖਦੇ ਆ। ਗਿਣਤੀਆਂ ਗਿਣਦੇ ਗਿਣਦੇ ਭਾਈ ਪੱਲੇ ਨੇ ਜਾ ਨਮਸਕਾਰ ਕੀਤੀ, ਤੇ ਸਾਹਿਬ ਕਹਿੰਦੇ ਪੱਲਿਆ ਭੇਟਾ ਨਹੀਂ ਲੈ ਕੇ ਆਇਆ, ਜੋ ਲੈ ਕੇ ਆਇਆ ਲਕੋਈ ਕਿਉਂ ਜਾਣਾ? ਵੇਖੋ ਜਦੋਂ ਕਿਸੇ ਦੀ ਝੋਲੀ ਭਰਨੀ ਹੋਵੇ ਮਹਾਰਾਜ ਨੇ, ਕਿਤੇ ਤਾਂ ਭਾਵੇਂ ਕੋਈ ਕਰੋੜਾਂ ਅਰਬਾਂ ਰੁਪਈਏ ਵੀ ਭੇਟ ਕਰ ਦਏ ਤੇ ਅੱਖ ਚੁੱਕ ਕੇ ਨਹੀਂ ਦੇਖਦੇ, ਤੇ ਕਿਤੇ ਫਿਰ ਆਪੇ ਹੀ ਮੰਗ ਲੈਂਦੇ ਨੇ। ਭਾਈ ਪੱਲਿਆ ਭੇਟਾ ਨਹੀਂ ਲੈ ਕੇ ਆਇਆ। ਭਾਈ ਪੱਲੇ ਨੇ ਸੰਕੋਚ ਕਰਦਿਆਂ ਗੁੜ ਦੀ ਭੇਲੀ ਮੂਹਰੇ ਕਰ ਦਿੱਤੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁੜ ਛਕਦਿਆਂ ਬੜੇ ਪ੍ਰਸੰਨ ਹੁੰਦੇ। ਭਾਈ ਪੱਲਿਆ ਬੜਾ ਆਨੰਦ ਆਇਆ, ਭਾਵੇਂ 36 ਪ੍ਰਕਾਰ ਦੇ ਪਕਵਾਨ ਛਕੇ ਨੇ, ਪਰ ਤੇਰੀ ਭੇਟਾ ਵਿੱਚੋਂ ਸਾਨੂੰ ਆਨੰਦ ਬੜਾ ਆਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਤੋਂ ਉੱਠੇ ਤੇ ਭਾਈ ਪੱਲੇ ਦੀ ਬਾਂਹ ਵਿੱਚ ਬਾਂਹ ਪਾ ਲਈ ਤੇ ਉਹਦੇ ਘਰ ਚੱਲ ਪਏ। ਤੇ ਜਾ ਕੇ ਭਾਈ ਪੱਲੇ ਨੇ ਘਰ ਪਲੰਗ ਤੇ ਬਿਠਾਇਆ ਮਹਾਰਾਜ ਨੂੰ, ਤੇ ਸਤਿਗੁਰੂ ਕਹਿੰਦੇ ਵੀ ਭੋਜਨ ਛਕਾ, ਜਿਹੜੀ ਬੇਨਤੀ ਕਰਨੀ ਸੀ।
ਭਾਈ ਪੱਲਾ ਮਾਤਾ ਜੀ ਨੂੰ ਕਹਿੰਦੇ, ਮਾਤਾ ਲੰਗਰ ਤਿਆਰ ਕਰ, ਮਹਾਰਾਜ ਨੇ ਲੰਗਰ ਛਕਣਾ। ਸਤਿਗੁਰੂ ਕਹਿੰਦੇ, ਨਹੀਂ ਪੱਲਿਆ, ਇਹ ਲੰਗਰ ਨਹੀਂ, ਇਹ ਤਾਂ ਰੋਜ਼ ਛਕਦੇ ਆ। ਉਹ ਲੰਗਰ ਛਕਾ ਜਿਹੜਾ ਅੰਮ੍ਰਿਤ ਵੇਲੇ ਰੋਜ਼ ਛਕਾਉਂਦਾ ਹੈ। ਕਿਉਂਕਿ ਭਾਈ ਪੱਲਾ ਅੰਮ੍ਰਿਤ ਵੇਲੇ ਉੱਠ ਕੇ ਨਾ ਬਾਣੀ ਦਾ ਕੀਰਤਨ ਕਰਦਾ ਸੀ। ਮਹਾਰਾਜ ਕਹਿੰਦੇ, ਮੇਰਾ ਭੋਜਨ ਗੁਰਬਾਣੀ ਦਾ ਕੀਰਤਨ ਹੈ, ਮੈਨੂੰ ਗੁਰਬਾਣੀ ਦਾ ਕੀਰਤਨ ਸੁਣਾ। ਤੇਰੇ ਕੋਲ ਅਸੀਂ ਆਹ ਭੋਜਨ ਛਕਣ ਵਾਸਤੇ ਆਏ ਹਾਂ। ਤੇ ਭਾਈ ਪੱਲੇ ਨੇ ਫਿਰ ਬਹਿ ਕੇ ਕੀਰਤਨ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕੀਰਤਨ ਸਰਵਣ ਕਰਾਇਆ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਭਾਈ ਪੱਲਿਆ ਤੇਰਾ ਲੋਕ ਤੇਰਾ ਪਰਲੋਕ ਸੁਹੇਲਾ, ਇੱਥੇ ਵੀ ਸੁਖ ਪਾਏਗਾ ਤੇ ਦਰਗਾਹ ਵਿੱਚ ਵੀ ਸੁਖ ਪਾਏਗਾ। ਗੁਰੂ ਸਾਹਿਬ ਦਾ ਭੋਜਨ ਕੀ ਹੈ? ਹਰੀ ਦਾ ਕੀਰਤਨ, ਹਰੀ ਦਾ ਨਾਮ, ਗੁਰਬਾਣੀ, ਇਹ ਭੋਜਨ ਹੈ। ਔਰ ਐਸਾ ਭੋਜਨ ਜਿਹੜਾ ਛਕਿਆ ਹੋਇਆ ਲੋਕ ਤੇ ਪਰਲੋਕ ਵਿੱਚ ਸੰਗ ਨਿਭਦਾ। ਜਿਹੜਾ ਭੋਜਨ ਅਸੀਂ ਇੱਥੇ ਛਕਦੇ ਆ ਨਾ, ਜਿਹਦੇ ਬਾਬਤ ਮਹਾਰਾਜ ਕਹਿੰਦੇ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤਤਾ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਢਿਆ, ਥੁੱਕਾ ਪਈਆ ਤਿਤ। 36 ਪ੍ਰਕਾਰ ਦੇ ਭੋਜਨ ਛਕ ਕੇ ਮਨੁੱਖ ਗੰਦਗੀ ਬਣਾ ਦਿੰਦਾ ਆ। ਕਿਸੇ ਲੇਖੇ ਨਹੀਂ ਪੈਂਦਾ ਉਹ ਭੋਜਨ। ਸਾਡੇ ਸਰੀਰ ਵਿੱਚ ਛਕਿਆ ਭੋਜਨ ਖਾਏ ਖਾਏ ਕਰੇ ਬਦ ਫੈਲੀ। ਛਕਦੇ ਆ ਨਾ ਭੋਜਨ ਆਪਾਂ, ਤਾਂ ਉਹ 36 ਪ੍ਰਕਾਰ ਦੇ ਭੋਜਨ ਛਕ ਕੇ ਕਰਦੇ ਤਾਂ ਬਦ ਫੈਲੀਆਂ ਆਪਾਂ। ਪਰ ਇੱਕ ਇਹੋ ਜਿਹਾ ਭੋਜਨ ਹੈ ਪਰਮੇਸ਼ਰ ਦੇ ਨਾਮ ਦਾ, ਇੱਕ ਇਹੋ ਜਿਹਾ ਭੋਜਨ ਹੈ ਜਿਹੜਾ ਦਰਗਾਹ ਵਿੱਚ ਲੋਕ ਤੇ ਪਰਲੋਕ ਵਿੱਚ ਮਨੁੱਖ ਦੇ ਸੰਗ ਨਿਭਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਭੋਜਨ ਹੈ ਹਰ ਧਨ ਭੋਜਨ ਪਾਇਆ। ਉਹ ਹਰੀ ਦੇ ਨਾਮ ਦੇ ਧਨ ਦਾ ਭੋਜਨ ਹੈ। ਜਿਹੜਾ ਭੋਜਨ ਸਾਨੂੰ ਪਾਇਆ, ਭਾਵ ਚੰਗਾ ਲੱਗਾ ਹੈ। ਮਾਤਾ ਹਰੀ ਦੇ ਨਾਮ ਦਾ ਧਨ, ਇਹੀ ਸਾਡਾ ਜਾਪ, ਇਹੀ ਸਾਡਾ ਤਪ ਹੈ, ਇਹੀ ਸਾਡਾ ਭੋਜਨ ਹੈ। ਨਿਮਖ ਨ ਬਿਸਰੋ ਮਨ ਤੇ ਹਰ ਹਰ, ਸਾਧ ਸੰਗਤ ਮਹਿ ਪਾਇਆ। ਸਤਿਗੁਰੂ ਕਹਿੰਦੇ, ਪਰਮੇਸ਼ਰ ਦਾ ਨਾਮ ਨਿਮਖ ਮਾਤਰ ਵੀ ਮੇਰੇ ਮਨ ਤੋਂ ਬਿਸਰਦਾ ਨਹੀਂ ਹੋਣਾ। ਨਾਮ ਹੀ ਮੇਰੇ ਜੀਵਨ ਦਾ ਆਧਾਰ, ਮੇਰੇ ਜੀਵਨ ਦਾ ਆਸਰਾ ਬਣ ਗਿਆ। ਜੈਸੇ ਸਰੀਰ ਦਾ ਆਸਰਾ ਭੋਜਨ ਹੈ, ਤਨ ਦਾ ਆਸਰਾ ਭੋਜਨ ਹੈ, ਤੈਸੇ ਗੁਰਮੁਖਾਂ ਦੇ ਜੀਵਨ ਦਾ ਆਸਰਾ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਹੈ। ਸਤਿਗੁਰੂ ਅਰਦਾਸ ਕਰਦੇ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਨਾਮ ਜਪਣ ਵਾਲਿਆਂ ਨੂੰ ਹੋ ਸਕਦਾ ਦੁਨਿਆਵੀ ਭੋਜਨ ਮਿਲੇ ਜਾਂ ਨਾ ਮਿਲੇ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਖਿਨ ਮਾਤਰ ਵੀ ਨਹੀਂ ਜੀ ਸਕਦੇ। ਆਖਾ ਜੀਵਾ ਵਿਸਰੈ ਮਰ ਜਾਓ। ਰੋਜ਼ ਪੜ੍ਹਦੇ ਆ ਨਾ, ਪਰ ਕਦੇ ਅਸੀਂ ਮਹਿਸੂਸ ਨਹੀਂ ਕੀਤਾ ਕਿ ਐਸਾ ਹੋ ਸਕਦਾ ਵੀ ਕੋਈ ਨਾਮ ਜਪਣ ਵਾਲਾ ਗੁਰਮੁਖ ਆਖੇ ਵੀ ਜੇ ਨਾਮ ਵਿਸਰੇ ਤੇ ਮੇਰੀ ਮੌਤ ਹੋ ਜਾਏ। ਭਾਈ ਵੀਰ ਸਿੰਘ ਜੀ ਨਾ ਇੱਕ ਜ਼ਿਮੀਂਦਾਰ ਦਾ ਜ਼ਿਕਰ ਕਰਦੇ ਨੇ। ਹੋ ਸਕਦਾ ਆਪ ਜੀ ਨੇ ਪਹਿਲਾਂ ਇਹ ਬਚਨ ਸੁਣਿਆ ਹੋਵੇ। ਲੁਧਿਆਣੇ ਦੇ ਨਜ਼ਦੀਕ ਨਾ ਕੋਈ ਪਿੰਡ ਹੈ, ਉਹਨਾਂ ਜ਼ਿਕਰ ਨਹੀਂ ਕੀਤਾ ਉਹਦਾ। ਉੱਥੇ ਨਾ ਜ਼ਿਮੀਂਦਾਰ ਰਹਿੰਦਾ ਸੀ ਇੱਕ। ਤੇ ਇੱਕ ਵਾਰ ਕੋਈ ਮਹਾਂਪੁਰਸ਼ ਸਾਧੂ ਤਪਸਵੀ ਜ਼ਿਮੀਂਦਾਰ ਦੇ ਖੂਹ ਤੇ ਆਇਆ, ਆਖਿਆ ਗੁਰਮੁਖਾ ਜਲ ਛਕਾ ਦੇ। ਉਹਨੇ ਕੀ ਕੀਤਾ ਵੀ ਨਾਲ ਪਸ਼ੂ ਬੰਨਿਆ ਹੋਇਆ ਸੀ, ਗਿਆ ਦੁੱਧ ਚੋਇਆ ਤੇ ਡੋਲ ਦੇ ਨਾਲ ਪਾਣੀ ਖੂਹ ਦੇ ਵਿੱਚੋਂ ਕੱਢਿਆ ਤੇ ਜਿਹਨੂੰ ਆਪਾਂ ਕੱਚੀ ਲੱਸੀ ਕਹਿੰਦੇ ਆ ਨਾ, ਦੁੱਧ ਤੇ ਪਾਣੀ ਮਿਲਾ ਕੇ ਨਾ ਉਹ ਮਹਾਤਮਾ ਨੂੰ ਛਕਾ ਦਿੱਤਾ। ਮਹਾਤਮਾ ਕਹਿਣ ਲੱਗੇ ਵੀ ਮੈਂ ਤਾਂ ਜਲ ਮੰਗਿਆ ਸੀ ਤੇਰੇ ਕੋਲੋਂ। ਕਹਿੰਦੇ ਤੁਸੀਂ ਆਏ ਹੋ, ਬੜੀ ਕਿਰਪਾ ਕੀਤੀ ਹੈ ਮਹਾਂਪੁਰਸ਼ੋ, ਵੀ ਜਿਹੜੀ ਮੇਰੇ ਕੋਲ ਉੱਤਮ ਚੀਜ਼ ਸੀ ਨਾ ਮੈਂ ਤੁਹਾਨੂੰ ਛਕਾ ਦਿੱਤੀ ਹੈ। ਉਹ ਮਹਾਂਪੁਰਸ਼ ਇੰਨੇ ਖੁਸ਼ ਹੋਏ ਨਾ, ਕਈ ਵਾਰ ਸਾਧੂ ਦੀ ਮੌਜ ਹੀ ਹੁੰਦੀ ਹੈ। ਆਖਦੇ ਗੁਰਮੁਖਾ ਜਿਹੜੀ ਉੱਤਮ ਵਸਤੂ ਸਮਝ ਕੇ ਸਾਨੂੰ ਛਕਾਈ ਹੈ ਨਾ, ਲੈ ਫਿਰ ਇੱਕ ਉੱਤਮ ਵਸਤੂ ਤੈਨੂੰ ਦੇ ਕੇ ਚੱਲਿਆ, ਬੋਲ ਵਾਹਿਗੁਰੂ। ਕਹਿੰਦੇ ਬਸ ਜਪਦਾ ਹੀ ਨਹੀਂ ਹੋਣਾ।
ਉਹ ਜ਼ਿਮੀਂਦਾਰ ਅੱਠੇ ਪੈਰ ਵਾਹਿਗੁਰੂ 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 ਜਪਣ ਲੱਗ ਪਿਆ। ਇਹੋ ਜਿਹੀ ਕਿਰਪਾ ਹੋਈ, ਕਹਿੰਦੇ ਜ਼ਮੀਨ ਥੋੜੀ ਸੀ, ਮੌਜ ਵਿੱਚ ਰਹਿੰਦਾ ਸੀ, ਮਰਜ਼ੀ ਚਾਇਆ ਖੇਤ ਵਾਹ ਦਿੱਤਾ, ਨਾ ਵਾਹਿਆ, ਪਰ ਫਸਲ ਬੜੀ ਹੋਣ ਲੱਗ ਪਈ, ਝਾੜ ਬੜਾ ਨਿਕਲਦਾ। ਜੋ ਬਚਨ ਤੋਂ ਬੋਲਦਾ, ਰਸਨਾ ਤੋਂ ਬਚਨ ਬੋਲਦਾ, ਉਹ ਸੱਤ ਹੋ ਜਾਂਦਾ। ਚਾਰ ਚੁਫੇਰੇ ਬੜੀ ਮਹਿਮਾ ਹੋਣ ਲੱਗ ਪਈ। ਇੱਕ ਉਦਾਸੀ ਮਹਾਂਪੁਰਸ਼, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ, ਉਹ ਮਹਾਂਪੁਰਸ਼ ਜਿਹੜੇ ਸਨ ਇਹ ਜ਼ਿਮੀਂਦਾਰ ਨੂੰ ਮਿਲਣ ਆਏ। ਜਦੋਂ ਉਹਨਾਂ ਨੇ ਸ਼ੁਭਾ ਸੁਣੀ, ਆਖਣ ਲੱਗੇ ਆ ਕੇ, ਤੂੰ ਅੱਠੇ ਪੈਰ ਨਾਮ ਜਪਦਾ, ਕੀ ਜਪਦਾ? ਕਹਿੰਦਾ ਜੀ ਵਾਹਿਗੁਰੂ। ਕਹਿੰਦੇ ਕਿਵੇਂ ਜਪਦਾ? ਕਹਿੰਦੇ ਕੋਈ ਸਾਧੂ ਮਹਾਤਮਾ ਆਇਆ ਸੀ, ਉਹਨਾਂ ਕਿਹਾ ਵੀ ਵਾਹਿਗੁਰੂ ਜਪਿਆ ਕਰ। ਕਹਿੰਦੇ ਪਤਾ ਵੀ ਕੀ ਹੈ? ਕਹਿੰਦੇ ਆਪਾਂ ਨੂੰ ਨਹੀਂ ਪਤਾ ਕੀ ਹੈ, ਆਪਾਂ ਨੂੰ ਨਹੀਂ ਪਤਾ ਇਹ ਕੀ ਹੈ। ਕਹਿੰਦੇ ਜੇ ਪਤਾ ਹੀ ਨਹੀਂ ਤੇ ਫਿਰ ਛੱਡ ਦੇ। ਕਹਿੰਦਾ ਬਸ ਆਹੀ ਤਾਂ ਦਿੱਕਤ ਹੈ, ਛੱਡਿਆ ਨਹੀਂ ਜਾਂਦਾ। ਜਦੋਂ ਮੈਂ ਛੱਡਣ ਦਾ ਯਤਨ ਕਰਦਾ, ਮੈਨੂੰ ਇਉਂ ਲੱਗਦਾ ਜਿਵੇਂ ਮੇਰੇ ਪ੍ਰਾਣ ਹੀ ਨਿਕਲ ਚੱਲੇ ਨੇ, ਮੈਨੂੰ ਲੱਗਦਾ ਜਿਵੇਂ ਮੈਂ ਸਰੀਰ ਹੀ ਛੱਡ ਜਾਣਾ। ਕਹਿੰਦਾ ਛੱਡਿਆ ਨਹੀਂ ਜਾਂਦਾ। ਉਹਨਾਂ ਦਾ ਸੀਸ ਝੁਕ ਗਿਆ। ਇਹੋ ਜਿਹੇ ਮਹਾਂਪੁਰਸ਼ ਸਨ ਜਿਨ੍ਹਾਂ ਨੂੰ ਨਾਭੇ ਦੇ ਰਾਜੇ ਨੇ ਆਖਿਆ ਤੁਸੀਂ ਮੈਨੂੰ ਮਿਲਣ ਵਾਸਤੇ ਆਓ। ਉਹ ਕਹਿੰਦੇ ਜੇਕਰ ਤੂੰ ਧਰਤੀ ਦੇ ਉੱਪਰ ਸੜਕ ਤੇ ਸੋਨੇ ਦੀਆਂ ਮੋਹਰਾਂ ਵੀ ਵਿਛਾ ਦੇਂ ਤੇ ਮੈਂ ਤਾਂ ਵੀ ਤੈਨੂੰ ਮਿਲਣ ਨਹੀਂ ਆਵਾਂਗਾ। ਇਦਾਂ ਦੇ ਉਹ ਸਾਧੂ ਸਨ ਜਿਹੜੇ ਉਸ ਜ਼ਿਮੀਂਦਾਰ ਨੂੰ ਮਿਲਣ ਵਾਸਤੇ ਗਏ। ਤੇ ਜ਼ਿਮੀਂਦਾਰ ਕਹਿੰਦਾ ਪਤਾ ਨਹੀਂ ਕੀ ਹੈ ਇਹ ਪਰਮੇਸ਼ਰ ਦਾ ਨਾਮ, ਕਿ ਛੱਡ ਹੀ ਨਹੀਂ ਸਕਦਾ ਮੈਂ। ਜਿਨ੍ਹਾਂ ਦੇ ਅੰਦਰ ਪਿਆਸ ਹੋਵੇ ਪਰਮੇਸ਼ਰ ਦੇ ਨਾਮ ਦੀ, ਇੱਕ ਖਿੰਨ ਵੀ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਉਹ ਰਹਿ ਨਹੀਂ ਸਕਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਿਮਖ ਨਾ ਬਿਸਰਾਓ ਮਨ ਤੇ ਹਰ ਹਰ। ਇਹ ਨਾਮ ਪਰਮੇਸ਼ਰ ਜੀ ਦਾ ਨਿਮਖ ਮਾਤਰ ਵੀ ਮੇਰੇ ਮਨ ਵਿੱਚੋਂ ਬਿਸਰਦਾ ਨਹੀਂ। ਮਾਂ ਕਹਿਣ ਲੱਗੀ ਪੁੱਤਰ ਕਿੱਥੋਂ ਪ੍ਰਾਪਤ ਹੋਇਆ? ਕਹਿੰਦੇ ਜੀ ਸਾਧ ਸੰਗਤ ਮਹਿ ਪਾਇਆ। ਇਹ ਨਾਮ ਦੀ ਦਾਤ ਮੈਨੂੰ ਸਾਧੂਆਂ ਦੀ ਸੰਗਤ ਵਿੱਚੋਂ ਮਿਲੀ ਹੈ। ਨਾਮ ਦਾ ਰੰਗ ਕਿੱਥੋਂ ਚੜ੍ਹਦਾ ਹੈ? ਸਾਧ ਸੰਗਤ ਵਿੱਚੋਂ, ਗੁਰੂ ਦੀ ਸੰਗਤ ਵਿੱਚੋਂ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸਾਧੂਆਂ ਦੀ ਸੰਗਤ ਵਿੱਚ ਨਾਮ ਜਪਾਇਆ ਜਾਂਦਾ ਹੈ। ਉਹ ਨਾਮ ਜਪਾਉਂਦੇ ਨੇ ਤੇ ਪਤਾ ਨਹੀਂ ਫਿਰ ਕਿਹਦੇ ਤੇ ਰਹਿਮਤ ਹੋ ਜਾਂਦੀ ਹੈ, ਕਿਹਦੇ ਤੇ ਗੁਰੂ ਦਾ ਤਰਸ ਹੋ ਜਾਂਦਾ ਹੈ, ਕਿਹਦੇ ਉੱਤੇ ਸਾਧੂ ਮੌਜ ਵਿੱਚ ਆ ਕੇ ਰਹਿਮਤ ਕਰ ਦਿੰਦਾ ਹੈ। ਇਹ ਦਾਤਾਂ ਜਿਹੜੀਆਂ ਗੁਰਮੁਖੋ ਸਾਧ ਸੰਗਤ ਵਿੱਚੋਂ ਹੀ ਮਿਲਿਆ ਕਰਦੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਨਾਮ ਦੀ ਦਾਤ ਜਿਹੜੀ ਅਸਾਂ ਸਾਧ ਸੰਗਤ ਵਿੱਚੋਂ ਹੀ ਪ੍ਰਾਪਤ ਕੀਤੀ ਹੈ। ਮਾਈ ਖਾਟ ਆਇਓ ਘਰ ਪੂਤਾ। ਸਾਹਿਬ ਕਹਿੰਦੇ ਮਾਈ ਹੈ ਮਾਤਾ, ਪੂਤਾ ਤੁਹਾਡਾ ਪੁੱਤਰ ਨਾਮ ਦਾ ਧਨ ਖੱਟ ਕੇ ਅੱਜ ਘਰ ਦੇ ਵਿੱਚ ਆਇਆ ਹੈ। ਇਹਦੇ ਅੰਤਰੀਬ ਭਾਵ ਨੇ ਮਾਈ ਬੁੱਧੀ ਨੂੰ ਸੰਬੋਧਨ ਕੀਤਾ ਗਿਆ। ਹੇ ਮੇਰੀ ਸ੍ਰੇਸ਼ਟ ਬੁੱਧੀ, ਇਹ ਜਿਹੜਾ ਮਨ ਰੂਪੀ ਪੂਤਾ ਕਹੀਏ ਪਵਿੱਤਰ ਜਿਹੜਾ ਮਨ ਹੈ, ਪੂਤਾ ਦਾ ਅਰਥ ਪੁੱਤਰ ਵੀ ਹੈ, ਪੂਤਾ ਦਾ ਅਰਥ ਪਵਿੱਤਰ ਵੀ ਹੈ। ਇਹ ਮਨ ਰੂਪੀ ਜਿਹੜਾ ਪਵਿੱਤਰ ਪੁੱਤਰ ਹੈ, ਇਹ ਨਾਮ ਰੂਪੀ ਧਨ ਖੱਟ ਕੇ ਅੱਜ ਘਰ ਦੇ ਵਿੱਚ ਆ ਗਿਆ। ਜਿਹੜਾ ਬਾਹਰ ਭਟਕਦਾ ਫਿਰਦਾ ਸੀ ਨਾ, ਦਰ ਦਰ ਦੀਆਂ ਠੋਕਰਾਂ ਖਾਂਦਾ ਸੀ, ਜਿਹਨੂੰ ਆਵਾਜ਼ ਮਾਰਨੀ ਪੈਂਦੀ ਸੀ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਨਹੀਂ ਸੀ ਆਉਂਦਾ ਘਰ ਵਿੱਚ। ਅੱਜ ਨਾਮ ਰੂਪੀ ਧਨ ਜਦੋਂ ਸਾਧ ਸੰਗਤ ਵਿੱਚੋਂ ਖਟਿਆ, ਇਹ ਮਨ ਰੂਪੀ ਪੁੱਤਰ ਆਪਣੇ ਘਰ ਦੇ ਵਿੱਚ ਆ ਗਿਆ। ਭਗਤ ਕਬੀਰ ਜੀ ਪਤਾ ਕੀ ਕਹਿੰਦੇ? ਮਾਂ ਬੜਾ ਗਿਲਾ ਕਰਦੀ ਹੈ, ਆਖਦੀ ਹਮਾਰੇ ਕੁਲ ਕੌਣ ਹੈ ਰਾਮ ਕਹਿਓ। ਸਾਡੀ ਕੁਲ ਵਿੱਚ ਕਹਿੰਦੇ ਰਾਮ ਜਪਿਆ। ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਇਓ। ਜਦੋਂ ਦੀ ਇਸ ਨਪੂਤੇ ਨੇ ਆ ਮਾਲਾ ਲੈ ਲਈਏ ਨਾ, ਉਦੋਂ ਦਾ ਸੁਖ ਨਹੀਂ ਸਾਨੂੰ ਮਿਲਿਆ। ਇਹ ਅਖਰੀ ਅਰਥ ਨੇ ਸ਼ਬਦ ਦੇ, ਵੀ ਮਾਂ ਕਬੀਰ ਜੀ ਨੂੰ ਕਹਿ ਰਹੀ ਹੈ। ਪਰ ਅੰਤਰੀਵ ਭਾਵ ਹੈ ਕਿ ਜਿਹੜੀ ਬੁੱਧੀ ਰੂਪੀ ਮਾਂ ਹੈ,
ਉਹ ਰਸ ਕਿੱਥੋਂ ਲੈਂਦੀ ਸੀ? ਇੰਦਰੀਆਂ ਦੁਆਰਾ। ਜਦੋਂ ਬੁੱਧੀ ਰਾਹੀਂ ਬਿਰਤੀ ਬਾਹਰ ਨੂੰ ਜਾਂਦੀ ਹੈ ਤੇ ਉਹ ਇੰਦਰੀਆਂ ਦੁਆਰਾ ਰਸ ਚਖਦੀ ਹੈ। ਪਰ ਜਦੋਂ ਮਨ ਰੂਪੀ ਪੁੱਤਰ ਨੇ ਮਾਲਾ ਲੈ ਲਈ ਤੇ ਹੁਣ ਬੁੱਧੀ ਰੂਪੀ ਜਿਹੜੀ ਮਾਂ, ਉਹਨੂੰ ਉਹ ਰਸ ਨਹੀਂ ਮਿਲ ਰਿਹਾ ਜਿਹੜੇ ਰਸ ਦੀ ਉਹ ਜਨਮਾਂ ਜਨਮਾਂਤਰਾਂ ਤੋਂ ਆਦੀ ਸੀ। ਸਰੀਰ ਦੇ ਇੰਦਰੇ ਜਿਹੜੇ ਸਨ ਉਹ ਸੰਕੋਚੇ ਗਏ, ਕਾਬੂ ਵਿੱਚ ਆ ਗਏ। ਮਨ ਨੇ ਕਾਬੂ ਕਰ ਲਏ, ਮਨ ਨੇ ਮਾਲਾ ਫੜ ਲਈ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਹੁਣ ਇੰਦਰੇ ਕਾਬੂ ਆ ਗਏ ਤੇ ਫਿਰ ਅੰਦਰੋਂ ਬੁੱਧੀ ਆਵਾਜ਼ ਮਾਰਦੀ, ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਾਇਓ। ਬੁੱਧੀ ਰੂਪੀ ਮਾਂ ਕਹਿੰਦੀ, ਜਦੋਂ ਦੀ ਇਸ ਨਪੂਤੇ ਮਨ ਨੇ ਹੱਥ ਵਿੱਚ ਮਾਲਾ ਲੈ ਲਈਏ ਨਾ, ਜਿਸ ਦਿਨ ਦਾ ਇਹ ਨਾਮ ਜਪਣ ਲੱਗ ਪਿਆ, ਉਸ ਦਿਨ ਦਾ ਮੈਨੂੰ ਸੁੱਖ ਹੀ ਨਹੀਂ ਮਿਲਿਆ, ਦੁਨੀਆ ਦੇ ਪਦਾਰਥਾਂ ਦਾ ਰਸ ਹੀ ਨਹੀਂ ਮਿਲਿਆ। ਤੇ ਫਿਰ ਉਹ ਬੁੱਧੀ ਕਹਿੰਦੀ, ਸਾਡੀ ਕੁੱਲ ਵਿੱਚ ਪਹਿਲਾਂ ਨਹੀਂ ਸੀ ਕਿਸੇ ਨੇ ਨਾਮ ਜਪਿਆ, ਇੰਨੇ ਹੀ ਜਪ ਲਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਨ ਸੰਬੋਧਨ ਕਰਦਾ, ਮਾਈ ਹੇ ਮੇਰੀ ਬੁੱਧੀ ਰੂਪੀ ਮਾਂ, ਤੇਰਾ ਇਹ ਮਨ ਰੂਪੀ ਪੁੱਤਰ ਨਾਮ ਰੂਪੀ ਧਨ ਖੱਟ ਕੇ ਬ੍ਰਹਮ ਰੂਪੀ ਘਰ ਦੇ ਵਿੱਚ ਆ ਗਿਆ ਹੈ। ਹਰ ਧਨ ਚਲਤੇ ਹਰ ਧਨ ਬੈਸੀ, ਹਰ ਧਨ ਜਾਗਤ ਸੂਤਾ। ਕਹਿੰਦੇ ਨਾਮ ਜਦੋਂ ਚੱਲਦੇ ਆ ਤੇ ਉਦੋਂ ਵੀ ਜਪਦੇ ਹਾਂ। ਹਰ ਧਨ ਚਲਤੇ ਹਰ ਧਨ ਬੈਸੇ, ਜਦੋਂ ਬੈਠਦੇ ਆ ਉਦੋਂ ਵੀ ਹਰੀ ਅਕਾਲ ਪੁਰਖ ਦਾ ਨਾਮ ਰੂਪੀ ਧਨ ਇਕੱਤਰ ਕਰਦੇ ਆ, ਭਾਵ ਜਪਦੇ ਹਾਂ। ਹਰ ਧਨ ਜਾਗਤ ਸੂਤਾ, ਜਦੋਂ ਸੁੱਤੇ ਹੁੰਦੇ ਆ ਉਦੋਂ ਵੀ ਨਾਮ ਰੂਪੀ ਧਨ ਨੂੰ ਹੀ ਵਿਹਾਜਦੇ ਹਾਂ। ਤੋ ਭਾਵ ਅਰਥ ਹੈ, ਜਦੋਂ ਜਾਗਰਤ ਅਵਸਥਾ ਵਿੱਚ ਹੁੰਦੇ ਆ ਉਦੋਂ ਵੀ ਨਾਮ ਨੂੰ ਵਿਹਾਜਦੇ ਹਾਂ, ਜਦੋਂ ਸੁਪਨ ਅਵਸਥਾ ਵਿੱਚ ਹੁੰਦੇ ਆ ਉਦੋਂ ਵੀ ਨਾਮ ਰੂਪੀ ਧਨ ਵਿਹਾਜਦੇ ਹਾਂ। ਸੁਪਨ ਅਵਸਥਾ ਵਿੱਚ ਵੀ ਜੈਸੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਰਾਮ ਕਰਨ ਲੱਗੇ ਨਾ, ਤੇ ਲੰਮਾ ਹੀ ਪਏ ਸਨ, ਸਹਿਜ ਪਾਠ ਸ਼ੁਰੂ ਕਰ ਦਿੱਤਾ। ਇੱਕ ਅੰਗ, ਦੋ ਅੰਗ, ਤਿੰਨ ਅੰਗ ਸਿੰਘਾਂ ਨੇ ਪੋਥੀਆਂ ਪ੍ਰਕਾਸ਼ ਕਰ ਲਈਆਂ ਨਾਲ। ਜਿੰਨੀ ਦੇਰ ਆਰਾਮ ਕੀਤਾ ਉਨੀ ਦੇਰ ਤੱਕ ਸਹਿਜ ਪਾਠ ਹੀ ਕਰਦੇ ਰਹੇ। ਚਲਦੇ ਚਲਦੇ 80 ਅੰਗ ਕਰ ਦਿੱਤੇ ਸੁਪਨ ਅਵਸਥਾ ਵਿੱਚ। ਕਹਿੰਦੇ ਤ੍ਰਬ ਕੇ ਉੱਠੇ ਇੱਕੋ ਦਮ। ਨਾਲ ਸਿੰਘ ਬੈਠੇ ਸਨ, ਕਹਿਣ ਲੱਗੇ, ਸਿੰਘੋ ਮੈਨੂੰ ਲੱਗਦਾ ਹੈ ਵੀ ਜਿਵੇਂ ਮੈਂ ਨਾ ਬਾਣੀ ਪੜ੍ਹਦਾ ਸੀ ਵੀ ਕਿਤੇ ਗਲਤੀ ਤਾਂ ਨਹੀਂ ਕਰ ਦਿੱਤੀ, ਮੈਂ ਵੀ ਪਾਠ ਗਲਤ ਤਾਂ ਨਹੀਂ ਕੀਤਾ। ਹੁਣ ਸਿੰਘ ਪੋਥੀਆਂ ਪ੍ਰਕਾਸ਼ ਕਰਕੇ ਬੈਠੇ ਸਨ। ਕਹਿੰਦੇ ਮਹਾਂਪੁਰਸ਼ੋ 80 ਅੰਗਾਂ ਦਾ ਜਾਪ ਤੁਸਾਂ ਕੀਤਾ, ਪੰਗਤੀ ਗਲਤ ਪੜ੍ਹਨੀ ਤਾਂ ਦੂਰ ਦੀ ਗੱਲ, ਲਗਾ ਮਾਤਰ ਦਾ ਵੀ ਫਰਕ ਨਹੀਂ ਪਿਆ, ਲਗਾ ਮਾਤਰ ਦਾ ਵੀ। ਇਹੋ ਜਿਹੇ ਰੱਬ ਦੇ ਪਿਆਰੇ ਮਹਾਂਪੁਰਸ਼ ਜਦੋਂ ਸੁੱਤੇ ਹੋਵਣ, ਸੁਪਨ ਅਵਸਥਾ ਵਿੱਚ ਹੋਵਣ, ਉਦੋਂ ਵੀ ਨਾਮ ਹੀ ਜਪਦੇ ਹੁੰਦੇ, ਤੇ ਜਦੋਂ ਸ਼ਖੋਪਤ ਅਵਸਥਾ ਹੁੰਦੀ ਹੈ ਉਦੋਂ ਵੀ ਪਰਮੇਸ਼ਰ ਦਾ ਨਾਮ ਜਪਦੇ ਹਨ। ਤੋ ਗਿਆਨ ਦੀ ਅਵਸਥਾ ਅੰਦਰ ਵੀ ਪਰਮੇਸ਼ਰ ਦਾ ਨਾਮ ਜਪਦੇ ਨੇ। ਜਦੋਂ ਸੁੱਤੇ ਹੋਵਣ ਹਰ ਧਨ ਸੂਤਾ, ਸਰੀਰ ਸੁੱਤਾ ਹੁੰਦਾ ਹੈ ਪਰ ਮਨ ਜਿਹੜਾ ਉਹ ਜਾਗਦਾ ਹੁੰਦਾ ਹੈ। ਸੁੱਤਿਆ ਹੋਇਆ ਇਹ ਸਰੀਰ ਵੀ ਅੱਠੇ ਪਹਿਰ ਜਾਗਦੇ ਹੋਏ ਮਨ ਦੁਆਰਾ ਹਰੀ ਦੇ ਨਾਮ ਧਨ ਨੂੰ ਵਿਹਾਜਦਾ ਹੈ। ਰਹਾਉ ਹਰ ਧਨ ਇਸ਼ਨਾਨ, ਹਰ ਧਨ ਗਿਆਨ, ਹਰ ਸੰਗ ਲਾਏ ਧਿਆਨਾ। ਹਰੀ ਦਾ ਨਾਮ ਦਾ ਧਨ ਹੀ ਸਾਡਾ ਇਸ਼ਨਾਨ ਹੈ। ਜੈਸੇ ਇਸ਼ਨਾਨ ਕਰਕੇ ਸਰੀਰ ਸ਼ੁੱਧ ਪਵਿੱਤਰ ਹੋ ਜਾਂਦਾ ਹੈ, ਤੈਸੇ ਹੀ ਪਰਮੇਸ਼ਰ ਦੇ ਨਾਮ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨੇ ਕਰਕੇ ਮਨ ਨਿਰਮਲ ਹੋ ਜਾਂਦਾ ਹੈ, ਮਨ ਦੀ ਸ਼ੁੱਧੀ ਹੋ ਜਾਂਦੀ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲੀ ਤੀਰਥ ਪਰਮੇਸ਼ਰ ਦਾ ਨਾਮ ਹੈ, ਪਰ ਕਿੱਥੇ ਹੈ? ਅੰਤਰਗਤ ਤੀਰਥ ਮਲ ਨਹਾਓ। ਇਹ ਤੀਰਥ ਅੰਦਰ ਹੈ ਪਰਮੇਸ਼ਰ ਦਾ। ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਹ ਇਸ਼ਨਾਨ ਜਿਹੜਾ ਅਸੀਂ ਅੰਦਰ ਨਾਮ ਰੂਪੀ ਤੀਰਥ ਵਿੱਚ ਕਰਨਾ ਹੈ। ਗੁਰਦੇਵ ਕਹਿੰਦੇ ਸਾਡੇ ਵਾਸਤੇ ਹਰੀ ਦਾ ਨਾਮ ਧਨ ਹੀ ਇਸ਼ਨਾਨ, ਹਰ ਧਨ ਗਿਆਨ,
ਪਰਮੇਸ਼ਰ ਦਾ ਨਾਮ ਧਨ ਹੀ ਗਿਆਨ ਹੈ। ਜਦੋਂ ਗਿਆਨ ਦੀ ਗੱਲ ਚੱਲਦੀ ਹੈ, ਅਕਸਰ ਅੱਜ ਸਮਾਜ ਵਿੱਚ, ਧਰਮ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਬੜੀ, ਗਿਆਨ ਹੋਣਾ ਚਾਹੀਦਾ, ਗਿਆਨ ਹੋਣਾ ਚਾਹੀਦਾ, ਹੋਣਾ ਚਾਹੀਦਾ। ਪਰ ਜਿਹੜਾ ਗਿਆਨ ਅਸੀਂ ਭਾਲਦੇ ਹਾਂ ਨਾ, ਇਹ ਕੋਈ ਗਿਆਨ ਨਹੀਂ। ਅੱਜ ਇਹੀ ਪ੍ਰਚਾਰ ਚੱਲਦਾ ਨਾ, ਬੰਦੇ ਨੂੰ ਗਿਆਨ ਹੋਣਾ ਚਾਹੀਦਾ। ਕਿੱਥੋਂ ਲਓਗੇ ਗਿਆਨ ਤੁਸੀਂ? ਕੋਈ ਤੁਹਾਨੂੰ ਬੰਦਾ ਸੁਣਾਏਗਾ ਗਿਆਨ, ਕੋਈ ਪ੍ਰਚਾਰਕ ਸੁਣਾਏਗਾ ਗਿਆਨ, ਜਾਂ ਤੁਸੀਂ ਕਿਸੇ ਬੰਦੇ ਦੀ ਲਿਖੀ ਹੋਈ ਕਿਤਾਬ ਦੇ ਵਿੱਚੋਂ ਗਿਆਨ ਪੜ੍ਹੋਗੇ? ਇਹ ਕੋਈ ਗਿਆਨ ਤਾਂ ਨਹੀਂ ਨਾ, ਜੋ ਸਾਨੂੰ ਲੋਕ ਵੰਡ ਰਹੇ ਨੇ। ਹਾਂ, ਕਿਸੇ ਦੀਆਂ ਕਈਆਂ ਗੱਲਾਂ, ਜੀਵਨ ਦਾ ਤਜਰਬਾ ਜਿਹੜਾ ਹੈ ਉਹ ਸਾਡੇ ਲਈ ਇੱਕ ਮਾਰਗ, ਇੱਕ ਪੰਥ ਹੋ ਸਕਦਾ ਹੈ, ਪਰ ਉਹਨੂੰ ਅਸੀਂ ਗਿਆਨ ਨਹੀਂ ਕਹਿ ਸਕਦੇ। ਉਹ ਗਿਆਨ ਨਹੀਂ, ਉਹ ਦਰਸਾਇਆ ਹੋਇਆ ਕਿਸੇ ਦਾ ਰਸਤਾ ਹੈ। ਤੋ ਜ਼ਰੂਰੀ ਨਹੀਂ ਕਿ ਹਰ ਇੱਕ ਇਨਸਾਨ ਜਿਹੜਾ ਅਨੁਭਵੀ ਪੁਰਸ਼ ਹੋਵੇ। ਬਹੁਤਾਤ ਦੇ ਅੰਦਰ ਲੋਕ ਆਪਣੇ ਮਨ ਦੇ ਖਿਆਲ ਦੇ ਵਿੱਚੋਂ ਗੱਲਾਂ ਪ੍ਰਗਟ ਕਰਕੇ ਲਿਖ ਦਿੰਦੇ ਨੇ, ਕਹਿ ਦਿੰਦੇ ਨੇ, ਪਰ ਅਸਲੀਅਤ ਕੀ ਹੈ? ਗਿਆਨ ਕੀ ਹੈ? ਗਿਆਨ ਉਹ ਹੈ ਜਿਹੜਾ ਆਪਣੇ ਅਨੁਭਵ ਦੇ ਵਿੱਚੋਂ ਪੈਦਾ ਹੁੰਦਾ ਹੈ। ਤੋ ਇਹ ਗਿਆਨ ਜਿਹੜਾ ਨਾਮ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ। ਗਿਆਨ ਕਿਸੇ ਦੇ ਕਰਾਇਆ ਨਹੀਂ ਹੁੰਦਾ ਗੁਰਮੁਖੋ। ਗਿਆਨ ਕਿਸੇ ਇਨਸਾਨ ਦੇ ਬੋਲ ਪੜ੍ਹ ਜਾਂ ਸੁਣ ਕੇ ਨਹੀਂ ਮਿਲਦਾ। ਉਹ ਤਾਂ ਇੱਕ ਸੋਝੀ ਵਾਸਤੇ ਅਸੀਂ ਕਿਸੇ ਦੀ ਕਿਤਾਬ ਪੜ੍ਹ ਲਈ, ਕਿਸੇ ਦੀ ਪੋਥੀ ਪੜ੍ਹ ਲਈ, ਕੋਈ ਗ੍ਰੰਥ ਪੜ੍ਹ ਲਿਆ, ਪਰ ਅਸਲ ਗਿਆਨ ਕਿਹੜਾ ਹੈ? ਅਸਲ ਗਿਆਨ ਹੈ ਬ੍ਰਹਮ ਦਾ ਗਿਆਨ, ਜਿਹੜਾ ਗਿਆਨ ਪਰਮੇਸ਼ਰ ਦੇ ਨਾਮ ਦੀ ਸਾਧਨਾ ਦੇ ਵਿੱਚੋਂ ਜਨਮ ਲੈਂਦਾ। ਕਬੀਰ ਸਾਹਿਬ ਜੀ ਕਿਤੇ ਪੜ੍ਹੇ ਤਾਂ ਨਹੀਂ ਸਨ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਪੜ੍ਹਨ ਗਏ ਤੇ ਪੜ੍ਹਾ ਕੇ ਆਉਂਦੇ ਨੇ। ਦੁਨੀਆ ਦੇ ਵੱਡੇ ਵੱਡੇ ਮਹਾਨ ਵਿਦਵਾਨ ਪੰਡਤ ਗੁਰੂ ਨਾਨਕ ਸਾਹਿਬ ਜੀ ਨਾਲ ਚਰਚਾ ਕਰਦੇ ਨੇ, ਮੱਥਾ ਟੇਕ ਦਿੰਦੇ ਨੇ, ਤੁਹਾਡੇ ਗਿਆਨ ਨੂੰ ਸਾਡੀ ਨਮਸਕਾਰ ਹੈ। ਕਬੀਰ ਸਾਹਿਬ ਨੂੰ ਨਮਸਕਾਰ ਕਰਦੇ ਨੇ, ਭਗਤ ਰਵਿਦਾਸ ਜੀ ਨੂੰ ਨਮਸਕਾਰਾਂ ਕਰਦੇ ਨੇ। ਕਿਹੜੇ ਸਕੂਲ ਵਿੱਚੋਂ ਪੜ੍ਹੇ ਸਨ, ਕਿਹੜੇ ਵਿਦਵਾਨ ਕੋਲੋਂ ਪੜ੍ਹੇ ਸਨ, ਜਾਂ ਕਿਹੜੇ ਪ੍ਰਚਾਰਕ ਦੀ ਗੱਲ ਸੁਣੀ ਸੀ ਉਹਨਾਂ ਨੇ? ਪਰਮੇਸ਼ਰ ਦਾ ਨਾਮ ਜਪ ਜਪ ਕੇ ਹਿਰਦੇ ਦੇ ਨਿਰਮਲਤਾਈ ਦੇ ਵਿੱਚੋਂ ਜਿਹੜਾ ਅਨੁਭਵ ਹੋਇਆ, ਉਸ ਅਨੁਭਵ ਨੂੰ ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਬੋਲਾਂ ਰਾਹੀਂ ਪ੍ਰਗਟ ਕੀਤਾ, ਔਰ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰਬਾਣੀ ਦਾ ਦਰਜਾ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਜੀ ਬਾਣੀ ਪਰਮੇਸ਼ਰ ਦੇ ਘਰ ਦੇ ਵਿੱਚੋਂ ਲੈ ਕੇ ਆਏ। ਇੱਕ ਨਿਰਮਲ ਹਿਰਦੇ ਵਿੱਚੋਂ ਗਿਆਨ ਦੀ ਫੁਹਾਰ ਉੱਠੀ ਤੇ ਉਹ ਗਿਆਨ ਨੂੰ ਬਾਣੀ ਦੇ ਰੂਪ ਦੇ ਵਿੱਚ ਮਹਾਰਾਜ ਨੇ ਕਲਮਬੰਦ ਕਰ ਦਿੱਤਾ ਸਾਨੂੰ ਸਮਝਾਉਣ ਵਾਸਤੇ। ਗਿਆਨ ਸਾਨੂੰ ਕੋਈ ਬੰਦਾ ਨਹੀਂ ਦੇਗਾ ਗੁਰਮੁਖੋ। ਗੁਰ ਗਿਆਨ ਪ੍ਰਚੰਡ ਬੁਲਾਇਆ। ਗਿਆਨ ਦਾ ਜਿਹੜਾ ਦੀਪਕ ਹੈ ਉਹ ਗੁਰੂ ਨੇ ਸਾਡੇ ਹਿਰਦੇ ਦੇ ਘਰ ਦੇ ਵਿੱਚ ਬਾਲਣਾ ਹੈ। ਇਸ ਕਰਕੇ ਗਿਆਨ ਟਟੋਲਣ ਵਾਸਤੇ ਲੋਕਾਂ ਦੇ ਕੋਲ ਨਾ ਜਾਈਏ, ਚੌਂਕੜਾ ਮਾਰ ਕੇ ਪ੍ਰੇਮ ਨਾਲ ਜਪੀਏ, ਵਾਹਿਗੁਰੂ 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 ਵਾਹਿਗੁਰੂ। ਇਹ ਸਾਧਨ ਹੈ ਗਿਆਨ ਦੀ ਪ੍ਰਾਪਤੀ ਦਾ। ਜਿਹਨੇ ਸਾਡੇ ਹਿਰਦੇ ਵਿੱਚ ਗਿਆਨ ਨੂੰ ਜਨਮ ਦੇਣਾ ਹੈ ਤੇ ਉਹ ਗਿਆਨ ਅਨੁਭਵੀ ਗਿਆਨ ਹੈ। ਜਿਵੇਂ ਮਸ਼ਕੀਨ ਜੀ ਕਹਿੰਦੇ ਸਨ, ਸੂਰਜ ਚੜ੍ਹਿਆ ਤੇ ਕਿਰਨਾਂ ਆ ਗਈਆਂ, ਜੇ ਕਿਰਨਾਂ ਆਈਆਂ ਤੇ ਭਾਵ ਸੂਰਜ ਚੜ੍ਹ ਗਿਆ। ਹੁਣ ਇਹਦਾ ਭਾਵ ਅਰਥ ਇਹ ਹੈ, ਕਹਿੰਦੇ ਪਰਮਾਤਮਾ ਆ ਗਿਆ ਤੇ ਸਮਝੋ ਉਹਦਾ ਗਿਆਨ ਵੀ ਨਾਲੇ ਆ ਗਿਆ, ਤੇ ਜੇ ਗਿਆਨ ਆ ਗਿਆ ਤੇ ਸਮਝੋ ਫਿਰ ਪਰਮਾਤਮਾ ਵੀ ਆ ਗਿਆ। ਹੁਣ ਜੇ ਆਪਾਂ ਇਹ ਕਹਿ ਦਈਏ ਵੀ ਸੂਰਜ ਚੜ੍ਹ ਗਿਆ ਜੇ ਧੁੱਪ ਨਹੀਂ ਆਈ, ਐਸਾ ਤਾਂ ਨਹੀਂ ਨਾ। ਕਹਿੰਦੇ ਸੂਰਜ ਚੜ੍ਹਿਆ ਤਾਂ ਹੀ ਧੁੱਪ ਆਈ ਹੈ, ਤੇ ਧੁੱਪ ਆਉਣ ਦੀ ਜਿਹੜੀ ਨਿਸ਼ਾਨੀ ਹੈ ਕੀ ਹੈ? ਵੀ ਸੂਰਜ ਚੜ੍ਹ ਗਿਆ। ਗਿਆਨ ਰਾਓ ਜਬ ਸੇਜੈ ਆਵੈ। ਗਿਆਨ ਦਾ ਜਿਹੜਾ ਸੂਰਜ ਹੈ ਜਦੋਂ ਹਿਰਦੇ ਦੀ ਸੇਜ ਤੇ ਆਉਂਦਾ ਪਰਮੇਸ਼ਰ, ਉਦੋਂ ਗਿਆਨ ਦਾ ਫਿਰ ਪ੍ਰਚੰਡ ਤੇਜ ਹਿਰਦੇ ਵਿੱਚ ਪੈਦਾ ਹੁੰਦਾ, ਜਿਹੜਾ ਜਨਮਾਂ ਜਨਮਾਂਤਰਾਂ ਦਾ ਅੰਧਕਾਰ ਮਿਟਾ ਦਿੰਦਾ। ਇਹਨੂੰ ਗਿਆਨ ਕਹਿੰਦੇ ਨੇ। ਗਿਆਨ ਸਾਧਨਾ ਵਿੱਚੋਂ ਪ੍ਰਗਟ ਕਰੀਏ
ਕਿਸੇ ਕੋਲ ਝੋਲੀ ਨਾ ਡੀ ਵੀ ਸਾਡੀ ਝੋਲੀ 'ਚ ਕੁਝ ਪਾ ਦੇ। ਅਗਿਆਨੀ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ। ਗਿਆਨਨ ਮੈਂ ਗਿਆਨ ਗੁਰ ਅਰ ਧਿਆਨਨ ਮੈਂ ਧਿਆਨ ਗੁਰ। ਭਾਈ ਗੁਰਦਾਸ ਜੀ ਕਹਿੰਦੇ ਗਿਆਨ ਵਿੱਚੋਂ ਸ਼੍ਰੋਮਣੀ ਗਿਆਨ ਗੁਰੂ ਦਾ ਤੇ ਧਿਆਨਾਂ ਵਿੱਚੋਂ ਸ਼੍ਰੋਮਣੀ ਧਿਆਨ ਗੁਰੂ ਦਾ। ਮਹਾਰਾਜ ਜੀ ਕਹਿੰਦੇ ਨੇ ਹਰ ਸੰਗ ਲਾਏ ਧਿਆਨਾਂ ਤੇ ਅਸੀਂ ਹਰੀ ਦੇ ਨਾਲ ਹੀ ਆਪਣਾ ਧਿਆਨ ਜੋੜਨਾ ਕੀਤਾ। ਭਾਵ ਗੁਰ ਕੀ ਮੂਰਤ ਮਨ ਮਹਿ ਧਿਆਨ। ਜਿਹੜਾ ਸ਼ਬਦ ਹੈ ਗੁਰਮੂਰਤ ਗੁਰ ਸ਼ਬਦ ਹੈ। ਗੁਰੂ ਦਾ ਮੂਰਤ ਗੁਰੂ ਦਾ ਸਰੂਪ ਕੀ ਹੈ? ਗੁਰੂ ਦਾ ਸ਼ਬਦ। ਇਹ ਸ਼ਬਦ ਮਨ ਵਿੱਚ ਵਸਾ ਕੇ ਇਹਦੇ ਨਾਲ ਹੀ ਅਸੀਂ ਧਿਆਨ ਜੋੜਿਆ ਹੈ। ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪਰਾਨਾ। ਹਰੀ ਅਕਾਲ ਪੁਰਖ ਦਾ ਨਾਮ ਹੀ ਸਾਡੇ ਲਈ ਤੁਲਹਾ ਹੈ। ਕਾਨੇ ਲੱਕੜਾਂ ਆਦਿਕ ਉਹਦਾ ਗੱਠਾ ਜਿਹਾ ਬੰਨ੍ਹ ਕੇ ਬਣਾਇਆ ਜਾਂਦਾ ਨੂੰ ਤੁਲਹਾ ਕਹਿੰਦੇ ਨੇ। ਹਰੀ ਦਾ ਨਾਮ ਤੁਲਹਾ, ਹਰੀ ਦਾ ਨਾਮ ਬੇੜੀ ਤੇ ਸਤਿਗੁਰੂ ਕਹਿੰਦੇ ਨੇ ਹਰੀ ਦਾ ਨਾਮ ਪ੍ਰਾਨਾ। ਪ੍ਰਾਨਾ ਜਹਾਜ਼ ਨੂੰ ਕਹਿੰਦੇ ਨੇ। ਪਰਮੇਸ਼ਰ ਦਾ ਨਾਮ ਹੀ ਜਹਾਜ਼ ਹੈ। ਤੋ ਤਿੰਨ ਬਚਨ ਕਹਿਣ ਦੀ ਲੋੜ ਕੀ ਪਈ? ਦਵੈਸ਼ ਰੂਪੀ ਜਿਹੜੀ ਨਦੀ ਆ ਈਰਖਾ, ਦੂਜੇ ਨਾਲ ਈਰਖਾ ਕਰਨੀ। ਸੱਚ ਜਾਣਿਓ ਜਦੋਂ ਗਿਆਨ ਹੋ ਜਾਂਦਾ ਨਾ ਉਦੋਂ ਈਰਖਾ ਹੀ ਮੁੱਕ ਜਾਂਦੀ ਹੈ, ਈਰਖਾ ਰਹਿੰਦੀ ਨਹੀਂ। ਜਦੋਂ ਹਰੀ ਨਾਲ ਧਿਆਨ ਜੁੜਦਾ ਗਿਆਨ ਜਨਮ ਲੈਂਦਾ, ਗਿਆਨ ਆ ਜਾਏ ਤੇ ਫਿਰ ਈਰਖਾ ਨਹੀਂ ਰਹਿੰਦੀ। ਕਿਉਂ? ਉਹ ਗਿਆਨ ਬ੍ਰਹਮ ਦਾ ਆਉਂਦਾ ਹੈ ਤੇ ਜਦੋਂ ਸਾਰਿਆਂ ਵਿੱਚੋਂ ਬ੍ਰਹਮੀ ਦਿਸ ਰਿਹਾ ਤੇ ਫਿਰ ਈਰਖਾ ਕਿਹਦੇ ਨਾਲ? ਮਹਾਰਾਜ ਜੀ ਕਹਿੰਦੇ ਨਾ ਸੋ ਅੰਤਰ ਸੋ ਬਾਹਰ ਅਨੰਤ। ਘਟ ਘਟ ਵਿਆਪ ਰਿਹਾ ਭਗਵੰਤ। ਜਦੋਂ ਬ੍ਰਹਮ ਦਾ ਗਿਆਨ ਹੋ ਗਿਆ ਤਾਂ ਉਹ ਬ੍ਰਹਮ ਹਿਰਦੇ ਦੇ ਘਰ ਵਿੱਚ ਹੈ। ਜਦੋਂ ਤੱਕਿਆ ਆਪਣੇ ਸਰੂਪ ਨੂੰ ਤੇ ਜਦੋਂ ਬਾਹਰ ਵੇਖਿਆ ਉੱਥੇ ਵੀ ਆਪਣਾ ਆਪ ਹੀ। ਤੇ ਈਰਖਾ ਕਿਹਦੇ ਨਾਲ? ਬੰਦਾ ਈਰਖਾ ਤਾਂ ਦੂਜੇ ਨਾਲ ਹੀ ਕਰਦਾ ਹੈ ਨਾ। ਪਰ ਜਦੋਂ ਧਿਆਨ ਮਾਰ ਰਹੇ ਆ ਆਪਣਾ ਆਪ ਹੀ ਨਜ਼ਰ ਆ ਰਿਹਾ ਹੈ। ਆਤਮਾ ਹੀ ਹਰ ਪਾਸੇ ਦਿਸ ਰਹੀ ਹੈ। ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਹਰ ਪਾਸੇ ਇੱਕ ਹੀ ਜੋਤ ਦਾ ਪ੍ਰਕਾਸ਼ ਹੈ। ਤੋ ਈਰਖਾ ਕਿਹਦੇ ਨਾਲ ਕਰੇਗਾ? ਈਰਖਾ ਤਾਂ ਦੂਜੇ ਨਾਲ ਹੈ ਨਾ। ਮਹਾਰਾਜ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਸਾਡੇ ਵਾਸਤੇ ਤੁਲਹਾ ਹੈ ਈਰਖਾ ਦੀ ਨਦੀ ਤੋਂ ਲੰਘਣ ਲਈ। ਹਰੀ ਦਾ ਨਾਮ ਹੀ ਹੈ ਬੇੜੀ ਆਸਾ ਦੀ ਨਦੀ ਤੋਂ ਲੰਘਣ ਲਈ। ਕਿਉਂਕਿ ਬੰਦੇ ਨੂੰ ਆਸ ਵੀ ਡੁੱਬ ਕੇ ਰੱਖਦੀ। ਸਾਰੀ ਜ਼ਿੰਦਗੀ ਆਸ ਵਿੱਚ ਬੰਦਾ ਜੀਵਦਾ ਹੈ। ਮਹਾਰਾਜ ਕਹਿੰਦੇ ਬੰਦੇ ਦੀ ਆਸ ਪੂਰੀ ਹੁੰਦੀ ਨਹੀਂ। ਆਸ ਇੱਕੋ ਦਿਨ ਹੀ ਪੂਰੀ ਹੁੰਦੀ ਹੈ। ਨਾਨਕ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ। ਜਿਸ ਦਿਨ ਵਾਹਿਗੁਰੂ ਨਾਲ ਚਿੱਤ ਲਾ ਲੈਂਦਾ ਉਸ ਦਿਨ ਆਸ ਪੂਰੀ ਹੋ ਜਾਂਦੀ। ਕਿਉਂਕਿ ਆਸ ਰਹਿੰਦੀ ਨਹੀਂ। ਬੰਦਾ ਆਸ ਤੋਂ ਵੀ ਨਿਰਾਸ਼ ਹੋ ਜਾਂਦਾ ਹੈ। ਉਸ ਦਿਨ ਆਸ ਵੀ ਇੱਕ ਵਾਹਿਗੁਰੂ ਦੀ ਰਹਿ ਜਾਂਦੀ ਹੈ, ਹੋਰ ਕਿਸੇ ਦੀ ਆਸ ਨਹੀਂ ਰਹਿੰਦੀ। ਤੋ ਇਹ ਆਸ ਰੂਪੀ ਨਦੀ ਤੋਂ ਪਾਰ ਹੋਣ ਲਈ ਅਸਾਂ ਨਾਮ ਦੀ ਬੇੜੀ ਬਣਾ ਲਈ। ਤੇ ਫਿਰ ਕਹਿੰਦੇ ਨੇ ਹਰ ਧਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਹੜਾ ਸੀ ਹਰ ਹਰ ਤਾਰ ਪਰਾਨਾ। ਸੰਸਾਰ ਸਾਗਰ ਤੋਂ ਤਰਨ ਵਾਸਤੇ ਸਮੁੰਦਰ ਤੋਂ ਤਰਨਾ ਹੋਵੇ ਤੇ ਲੋੜ ਜਹਾਜ਼ ਦੀ ਪੈਂਦੀ ਹੈ। ਤੇ ਸਤਿਗੁਰੂ ਕਹਿੰਦੇ ਸੰਸਾਰ ਤੋਂ ਤਰਨ ਲਈ ਪਰਮੇਸ਼ਰ ਦਾ ਨਾਮ ਰੂਪੀ ਜਹਾਜ਼ ਜਿਹੜਾ ਉਹਦਾ ਅਸੀਂ ਆਸਰਾ ਧਾਰਨ ਕਰ ਲਿਆ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਜਿਹੜੇ ਇਸ ਜਹਾਜ਼ ਤੇ ਚੜ ਜਾਂਦੇ ਉਹ ਭਵ ਸਾਗਰ ਤੋਂ ਤਰ ਜਾਂਦੇ ਹਨ। ਹਰ ਤਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਹਿਆ ਧੋਖਾ। ਹਰੀ ਦੇ ਨਾਮ ਧਨ ਨੇ ਮੇਰੀ ਚਿੰਤਾ ਵਿਸਾਰ ਦਿੱਤੀ। ਨਾ ਜੰਮਾਂ ਦੀ ਚਿੰਤਾ ਨਾ ਸੰਸਾਰ ਦੀ ਚਿੰਤਾ। ਅੰਦਰੋਂ ਸੋਗ ਹੀ ਮਿਟ ਗਏ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹਰਖ ਅਨੰਤ ਸੋਗ ਨਹੀਂ ਬੀਆ। ਸੋ ਘਰ ਗੁਰੂ ਨਾਨਕ ਕਉ ਦੀਆ। ਇੱਥੇ ਤਾਂ ਸੋਗ ਹੈ ਹੀ ਨਹੀਂ। ਜਿੱਥੇ ਪਰਮੇਸ਼ਰ ਦਾ ਨਾਮ ਆ ਜਾਏ ਉੱਥੇ ਕਦੇ ਸੋਗ ਨਹੀਂ ਹੁੰਦਾ। ਨਾਨਕ ਭਗਤਾ ਸਦਾ ਵਿਗਾਸ। ਉੱਥੇ ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਹੁੰਦਾ ਹੈ। ਹਰੀ ਦੇ ਨਾਮ ਧਨ ਨੇ ਮੇਰੀ ਚਿੰਤਾ ਅੰਦਰੋਂ ਵਿਸਾਰ ਦਿੱਤੀ। ਹਰ ਧਨ ਲਾਹਿਆ ਧੋਖਾ। ਤੇ ਹਰੀ ਦੇ ਨਾਮ ਧਨ ਨੇ ਅੰਦਰੋਂ ਧੋਖਾ ਲਾ ਦਿੱਤਾ। ਧੋਖੇ ਤੋਂ ਭਾਵ ਹੈ ਜੀ ਸ਼ੰਕਾ। ਮੇਰੇ ਅੰਦਰ ਦੇ ਜਿੰਨੇ ਸ਼ੰਕੇ ਸਨ
ਪਰਮੇਸ਼ਰ ਦੇ ਨਾਮ ਧਨ ਨੇ ਨਿਵਰਤ ਕਰ ਦਿੱਤੇ ਹਨ। ਹਰ ਤਨ ਤੇ ਮੈਂ ਨਵ ਨਿਧ ਪਾਈ, ਹਾਥ ਚਰਿਓ ਹਰ ਥੋਕਾ। ਹਰੀ ਨਾਮ ਰੂਪੀ ਧਨ ਤੋਂ ਮੈਂ 9 ਨਿਧੀਆਂ ਪ੍ਰਾਪਤ ਕਰ ਲਹੀਆਂ ਨੇ। ਆਪਾਂ ਯਾਦ ਕਰਦੇ ਆਂ, ਤੇਗ ਬਹਾਦਰ ਸਿਮਰਿਆ ਕਰ 9 ਨਿਧਿਆ ਬੈਤਾਏ। ਨੌਵੇਂ ਪਾਤਸ਼ਾਹ ਜੀ ਨੂੰ ਯਾਦ ਕਰਦੇ ਆਂ, 9 ਨਿਧੀਆਂ ਘਰ ਵਿੱਚ। ਧਾਏ ਦਾ ਭਾਵ ਹੁੰਦਾ ਵੀ ਦੌੜ ਕੇ ਆਉਂਦੀਆਂ ਨੇ ਜਦੋਂ ਯਾਦ ਕਰਦੇ ਆਂ। ਪਰ 9 ਨਿਧੀਆਂ ਠੀਕ ਹੈ, ਜਿੱਥੇ ਦੁਨਿਆਵੀ ਤੌਰ ਤੇ ਇਹਨਾਂ ਦੀ ਗਿਣਤੀ ਕੀਤੀ ਜਾਂਦੀ, ਰਿੱਧੀਆਂ ਸਿੱਧੀਆਂ 9 ਨਿਧੀਆਂ ਆਦਿਕ, ਪਰ ਗੁਰੂ ਸਾਹਿਬ ਨੇ ਤਾਂ ਕਹਿ ਦਿੱਤਾ ਵੀ 9 ਨਿਧੀ ਅੰਮ੍ਰਿਤ ਪ੍ਰਭ ਕਾ ਨਾਮ। ਅਸਲੀ 9 ਨਿਧੀਆਂ ਦਾ ਖਜ਼ਾਨਾ ਤਾਂ ਵਾਹਿਗੁਰੂ ਦਾ ਨਾਮ ਹੈ, ਅਕਾਲ ਪੁਰਖ ਦਾ ਨਾਮ ਹੈ। ਜਿੱਥੇ ਨਾਮ ਆ ਜਾਏ ਉੱਥੇ ਆਪੇ ਸਾਰਾ ਕੁਝ ਆ ਜਾਂਦਾ ਹੈ। ਦੋਨੇ ਭਾਵ ਸਮਝਿਓ, ਇਹ ਨਹੀਂ ਵੀ ਇਹ ਪੰਕਤੀ ਦਾ ਅਰਥ ਵੀ ਘਰ 9 ਨਿਧੀ ਆਵੈ ਧਾਏ, ਵੀ ਦੁਨਿਆਵੀ ਪੱਖ ਤੋਂ ਜੇ ਗੱਲ ਕਰੀਏ ਵੀ ਦੁਨਿਆਵੀ ਰਿੱਧੀਆਂ ਸਿੱਧੀਆਂ ਨਹੀਂ ਆਉਂਦੀਆਂ, ਉਹ ਤਾਂ ਆਉਂਦੀਆਂ ਹੀ ਨੇ, ਪਰ ਅਸਲੀ ਜਿਹੜਾ ਖਜ਼ਾਨਾ ਨਾਮ ਦਾ ਉਹ ਵੀ ਹਿਰਦੇ ਦੇ ਘਰ ਵਿੱਚ ਆ ਜਾਂਦਾ ਜਦੋਂ ਨੌਵੇਂ ਪਾਤਸ਼ਾਹ ਨੂੰ ਯਾਦ ਕਰਦੇ ਆ। ਤੇ ਸਤਿਗੁਰੂ ਕਹਿੰਦੇ ਹਰੀ ਦੇ ਨਾਮ ਧਨ ਤੋਂ ਹੀ ਮੈਂ ਨਵ ਨਿਧੀ, 9 ਨਿਧੀਆਂ ਦਾ ਜਿਹੜਾ ਖਜ਼ਾਨਾ ਪਰਮੇਸ਼ਰ ਦਾ ਨਾਮ ਉਹ ਪ੍ਰਾਪਤ ਕਰ ਲਿਆ, ਜਿਹਦੇ ਸਦਕਾ ਹਾਥ ਚਰਿਓ ਹਰ ਥੋਕਾ। ਥੋਕਾ ਦਾ ਭਾਵ ਪਦਾਰਥ, ਹਰੀ ਰੂਪੀ ਜਿਹੜਾ ਪਦਾਰਥ ਮੇਰੇ ਹੱਥੇ ਚੜ ਗਿਆ, ਭਾਵ ਨਾਮ ਦੇ ਸਦਕਾ ਪਰਮੇਸ਼ਰ ਮੇਰੇ ਹਿਰਦੇ ਦੇ ਘਰ ਵਿੱਚ ਆ ਵਸਿਆ। ਤੇ ਜਦੋਂ ਪਦਾਰਥਾਂ ਦਾ ਦਾਤਾ ਹੀ ਹਿਰਦੇ ਦੇ ਘਰ ਵਿੱਚ ਆ ਜਾਏ ਤੇ ਉਦੋਂ ਫਿਰ ਕੋਈ ਪਦਾਰਥ ਮੰਗਣ ਦੀ ਇੱਛਾ ਨਹੀਂ ਰਹਿੰਦੀ, ਫਿਰ ਪਦਾਰਥਾਂ ਦੀ ਇੱਛਾ ਮਨ ਵਿੱਚੋਂ ਖਤਮ ਹੋ ਜਾਂਦੀ ਹੈ। ਖਾਵੋ ਖਰਚੋ ਤੋਟ ਨ ਆਵੈ, ਹਾਲਤ ਪਾਲਤ ਕੈ ਸੰਗੇ। ਸਤਿਗੁਰੂ ਕਹਿੰਦੇ ਨਾਮ ਰੂਪੀ ਧਨ ਨੂੰ ਪਾਓ ਭਾਈ ਆਪ ਖਾਵੋ, ਭਾਵ ਜਪੋ, ਖਰਚੋ, ਫਿਰ ਵੰਡ ਕੇ ਜਪੋ। ਆਪ ਵੀ ਜਪਣਾ, ਸਾਧ ਸੰਗਤ ਵਿੱਚ ਵੀ ਬਹਿ ਕੇ ਪਰਮੇਸ਼ਰ ਦਾ ਨਾਮ ਰੂਪੀ ਧਨ ਜਪਣਾ, ਇਹਦਾ ਭਾਵ ਖਰਚਣਾ। ਹਾਲਤ ਪਲਤ ਕੈ ਸੰਗੇ, ਨਾਮ ਰੂਪੀ ਧਨ ਲੋਕ ਤੇ ਪਰਲੋਕ ਦੇ ਵਿੱਚ ਮਨੁੱਖ ਦੇ ਸਾਥ ਨਿਭਣ ਵਾਲਾ ਹੈ। ਹਰੀ ਦੇ ਨਾਮ ਤੋਂ ਬਿਨਾ ਹੋਰ ਕੋਈ ਸਾਥ ਨਹੀਂ ਨਿਭਣਾ, ਹੋਰ ਕੁਝ ਵੀ ਸਾਥ ਨਹੀਂ ਜਾਣਾ। ਤੇ ਸਤਿਗੁਰੂ ਇਸੇ ਕਰਕੇ ਫਰਮਾਨ ਕਰਦੇ ਨੇ, ਹੇ ਮਨ ਹਰ ਬਿਨ ਕੌਣ ਸਹਾਈ ਮਨ ਕਾ। ਹਰੀ ਦੇ ਨਾਮ ਤੋਂ ਬਿਨਾ ਇਸ ਮਨ ਦਾ ਹੋਰ ਕੌਣ ਸਹਾਈ ਹੈ। ਪਰਮੇਸ਼ਰ ਦਾ ਨਾਮ ਹੀ ਹੈ ਜਿਨੇ ਲੋਕ ਤੇ ਪਰਲੋਕ ਵਿੱਚ ਸਾਡੇ ਸੰਗ ਸਾਥ ਨਿਭਣਾ ਹੈ। ਲਾਦ ਖਜ਼ਾਨਾ ਗੁਰ ਨਾਨਕ ਕਉ ਦੀਆ, ਇਹੋ ਮਨ ਹਰ ਰੰਗ ਰੰਗੇ। ਸਾਹਿਬ ਜੀ ਕਹਿੰਦੇ ਨਾਮ ਦਾ ਖਜ਼ਾਨਾ ਲੱਦ ਕੇ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾਂ ਬਖਸ਼ਿਆ ਗੁਰੂ ਅੰਗਦ ਦੇਵ ਸਾਹਿਬ ਨੂੰ। ਜਨਮ ਸਾਖੀ ਵਿੱਚ ਬਚਨ ਆਉਂਦੇ ਨੇ ਨਾ, ਸਮਾਂ ਸਮਾਪਤ ਹੈ, ਮੈਂ ਛੋਟਾ ਜਿਹਾ ਬਚਨ ਕਹਿ ਕੇ ਸਮਾਪਤੀ ਕਰਨ ਲੱਗਾ। ਜਨਮ ਸਾਖੀ ਦਾ ਬੋਲ ਹੈ ਕਿ ਜਦੋਂ ਵੇਈ ਨਦੀ ਰਾਹੀਂ ਸੱਚਖੰਡ ਗਏ ਮਹਾਰਾਜ, ਅਕਾਲ ਪੁਰਖ ਨੇ ਨਾਮ ਦਾ ਪਿਆਲਾ ਭਰ ਕੇ ਗੁਰੂ ਨਾਨਕ ਸਾਹਿਬ ਨੂੰ ਦਿੱਤਾ, ਆਖਿਆ ਕਿ ਪੀਓ ਤੇ ਸਾਰੇ ਸੰਸਾਰ ਨੂੰ ਨਾਮ ਦਾ ਪਿਆਲਾ ਪਿਆਓ। ਉਹ ਜਿਹੜਾ ਖਜ਼ਾਨਾ ਲੱਦ ਕੇ ਲੈ ਕੇ ਆਏ ਨਾ ਸੱਚਖੰਡ ਵਿੱਚੋਂ, ਉਹ ਖਜ਼ਾਨਾ ਮਹਾਰਾਜ ਨੇ ਪਹਿਲਾਂ ਆਪ ਵੰਡਿਆ, ਫਿਰ ਉਹ ਖਜ਼ਾਨਾ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੂੰ ਦੇ ਕੇ ਤੁਸੀਂ ਵੰਡੋ। ਗੁਰੂ ਅੰਗਦ ਦੇਵ ਜੀ ਮਹਾਰਾਜ ਫਿਰ ਵੰਡ ਕੇ ਖਜ਼ਾਨੇ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਹਵਾਲੇ ਕਰ ਗਏ, ਤੁਸੀਂ ਵੰਡੋ। ਉਹਨਾਂ ਵੰਡਿਆ ਤੇ ਫਿਰ ਲਾਦ ਖਜ਼ਾਨਾ, ਉਹੀ ਖਜ਼ਾਨਾ ਲੱਦ ਕੇ ਫਿਰ ਗੁਰੂ ਰਾਮਦਾਸ ਸਾਹਿਬ ਨੂੰ ਦੇ ਗਏ। ਵੱਧਦਾ ਗਿਆ ਨਾ, ਖਾਵੇ ਖਰਚੈ ਰਲ ਮਿਲ ਭਾਈ ਤੋਟ ਨ ਆਵੈ, ਵਧੋ ਜਾਏ। ਉਹ ਖਜ਼ਾਨਾ ਵੱਧਦਾ ਹੀ ਗਿਆ ਜਿਹੜਾ ਗੁਰੂ ਨਾਨਕ ਸਾਹਿਬ ਜੀ ਬਖਸ਼ ਕੇ ਗਏ ਤੇ ਚੌਥੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਤਾ। ਤੇ ਤਾਂ ਫਿਰ ਕਹਿੰਦੇ ਮਾਈ ਖਾਟ ਆਇਓ ਘਰ ਪੂਤਾ, ਜਿਹੜਾ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਨੇ ਲੱਦ ਕੇ ਗੁਰੂ ਅੰਗਦ ਦੇਵ ਸਾਹਿਬ ਨੂੰ ਦਿੱਤਾ ਸੀ ਨਾ, ਅੱਜ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਉਹ ਖਜ਼ਾਨਾ ਲੱਦ ਕੇ ਮੈਨੂੰ ਬਖਸ਼ਿਸ਼ ਕਰ ਗਏ ਨੇ। ਤੇ ਜਿਹਦੇ ਨਾਲ ਮਨ ਹਰ ਰੰਗ ਰੰਗੇ, ਇਹੋ ਮਨ ਹਰ ਰੰਗ ਰੰਗੇ, ਇਹ ਜਿਹੜਾ ਮੇਰਾ ਮਨ ਹਰੀ ਦੇ ਪ੍ਰੇਮ
ਤੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ ਹੈ। ਇਹੋ ਜਿਹਾ ਖਜ਼ਾਨਾ ਗੁਰੂ ਨੇ ਬਖਸ਼ਿਆ। ਇੱਥੇ ਜਿਹੜਾ ਅੰਤਸ਼ਕਰਨ ਅੰਤਰੀਵੀ ਅਰਥ ਹੈ, ਲਾਦ ਖਜ਼ਾਨਾ, ਮੇਰਾ ਹਿਰਦਾ ਰੂਪੀ ਗੱਡਾ ਜਿਹੜਾ ਗੁਰੂ ਨੇ ਨਾਮ ਰੂਪੀ ਧਨ ਦੇ ਨਾਲ ਕਹਿੰਦੇ ਲੱਦ ਦਿੱਤਾ ਹੈ, ਜਿਹੜਾ ਲੋਕ ਤੇ ਪਰਲੋਕ ਵਿੱਚ ਨਿਭਣ ਵਾਲਾ ਹੈ। ਸਤਿਗੁਰੂ ਦਇਆ ਕਰਨ, ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅੰਮ੍ਰਿਤ ਰੂਪ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ, ਜਿਉ ਪਿੰਡ ਸਭ ਤੇਰੀ। ਤੁਮ ਮਾਤ